ਸਤਿ ਸ੍ਰੀ ਅਕਾਲ। ਤੁਸੀਂ ਲੋਕਰਾਣ ਚੈਨਲ ਪੰਜਾਬੀ ਦੇਖ ਰਹੇ ਹੋ। ਖਬਰਾਂ ਟੌਪ ਦੀਆਂ ਦੇ ਵਿੱਚ ਤੁਹਾਡਾ ਸਵਾਗਤ ਹੈ। ਗੱਲਬਾਤ ਕਰਾਂਗੇ ਵੱਡੀਆਂ ਖਬਰਾਂ ਉੱਤੇ। ਇੱਕ ਤਾਂ ਰਾਮ ਰਹੀਮ ਜਿਹੜਾ ਪੈਰੋਲ ਦੇ ਉੱਤੇ ਬਾਹਰ ਆਇਆ, ਉਹਨੂੰ ਲੈ ਕੇ ਸਿਆਸੀ ਤੇ ਧਾਰਮਿਕ ਸਫਾਂ ਦੇ ਵਿੱਚ ਕਾਫੀ ਚਰਚਾ ਹੋ ਰਹੀ ਹੈ ਕਿ ਆਖਿਰਕਾਰ ਉਸ ਦੇ ਬਾਹਰ ਆਉਣ ਦੇ ਕਾਰਨ ਜਾਂ ਸਮੇਂ ਦੇ ਉੱਤੇ ਜਿਹੜਾ ਉਹ ਕਾਫੀ ਸਵਾਲ ਉੱਠ ਰਹੇ ਨੇ, ਕਿਉਂਕਿ ਬੀਤੇ ਕੱਲ੍ਹ ਇੱਕ ਵੀਡੀਓ ਵਾਇਰਲ ਹੋਈ ਸੀਗੀ। ਉਸ ਵੀਡੀਓ ਨੂੰ ਲੈ ਕੇ ਵੀ ਜਿਹੜੀ ਸਿਆਸੀ ਸਫਾ ਦੇ ਵਿੱਚ ਚਰਚਾ ਰਹੀ ਹੈ ਕਿ ਆਖਿਰਕਾਰ ਗੁਰੂ ਘਰ ਦੇ ਵਿੱਚ ਅਰਦਾਸ ਕਰਨੀ, ਭਾਵੇਂ ਉਸ ਗ੍ਰੰਥੀ ਨੂੰ ਗ੍ਰਿਫਤਾਰ ਕਰ ਲਿਆ ਗਿਆ, ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਵੀ ਜਿਹੜਾ ਸਖਤ ਕਾਰਵਾਈ ਦੇ ਜਿਹੜੇ ਉਹਦੇ ਉੱਤੇ ਕਰਨ ਦੇ ਲਈ ਚਾਰਾਜੋਈ ਕੀਤੀ ਜਾ ਰਹੀ ਹੈ, ਉਸ ਉੱਤੇ ਵੀ ਅਸੀਂ ਗੱਲਬਾਤ ਕਰਾਂਗੇ। ਨਾਲੋਂ ਨਾਲ ਪੰਜਾਬ ਦੇ ਵਿੱਚ ਕਾਂਗਰਸ ਦੀ ਸਿਆਸਤ, ਉਸ ਨੂੰ ਸਮਝਣ ਦੀ ਥੋੜ੍ਹੀ ਜਿਹੀ ਕੋਸ਼ਿਸ਼ ਕਰਾਂਗੇ ਕਿ ਆਖਿਰਕਾਰ ਉਸ ਦੇ ਵਿੱਚ ਇਸ ਤਰ੍ਹਾਂ ਦੀ ਹਲਚਲ ਜਿਹੜੀ, ਭਾਵੇਂ ਉਹ ਨਵਜੋਤ ਸਿੱਧੂ ਵੱਲੋਂ ਜਾਂ ਹੋਰ ਮੰਤਰੀ ਜਿਹੜੇ, ਜਾਂ ਫਿਰ ਰਾਜ ਸਭਾ ਦੇ ਮੈਂਬਰ ਪ੍ਰਤਾਪ ਸਿੰਘ ਬਾਜਵਾ ਹੋਣਾ ਦਾ ਬੋਲਣਾ, ਉੱਧਰੋਂ ਸੁਨੀਲ ਜਾਖੜ ਦਾ ਚਿੱਠੀ ਲਿਖਣਾ, ਇਸ ਉੱਤੇ ਗੱਲਬਾਤ ਕਰਾਂਗੇ। ਤੇ ਕਰੋਨਾ ਨੂੰ ਲੈ ਕੇ ਜਿਹੜੀ ਪਿੰਡਾਂ ਦੇ ਵਿੱਚ ਹਾਲਾਤ ਜਿਸ ਤਰ੍ਹਾਂ ਵਿਗੜਦੇ ਜਾ ਰਹੇ ਨੇ, ਉਹ ਵੀ ਨਾਲੋਂ ਨਾਲ ਗੱਲਬਾਤ ਦੇ ਵਿੱਚ ਵਿਚਾਰ ਚਰਚਾ ਕਰਾਂਗੇ। ਮੇਰੇ ਨਾਲ ਇਸ ਉੱਤੇ ਗੱਲਬਾਤ ਕਰਨ ਦੇ ਲਈ ਪ੍ਰੋਫੈਸਰ ਰਣ ਸਿੰਘ ਧਾਲੀਵਾਲ ਮੌਜੂਦ ਨੇ, ਸਿਆਸੀ ਮਾਹਰ ਨੇ। ਗੱਲਬਾਤ ਕਰਾਂਗੇ। ਪ੍ਰੋਫੈਸਰ ਸਾਹਿਬ, ਸਵਾਗਤ ਹੈ ਤੁਹਾਡਾ। ਧੰਨਵਾਦ ਜੀ। ਸਰੋਤਿਆਂ ਨੂੰ ਵੀ ਤੁਹਾਡੇ ਸਾਂਝ ਪਾਉਂਦੇ ਹੋਏ ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ। ਪ੍ਰੋਫੈਸਰ ਸਾਹਿਬ, ਕਿਸ ਤਰ੍ਹਾਂ ਦੇਖਦੇ ਹੋ ਸਭ ਤੋਂ ਪਹਿਲਾਂ ਰਾਮ ਰਹੀਮ ਦਾ ਬਾਹਰ ਆਉਣਾ, ਉਹ ਵੀ ਇਹੋ ਜਿਹੇ ਮਾਹੌਲ ਵਿੱਚ ਜਦੋਂ ਬੇਅਦਬੀ ਵਾਲੇ ਮੁੱਦੇ ਦੀ ਚਰਚਾ ਹੋ ਰਹੀ ਹੈ, ਜਦੋਂ ਉਸ ਵੀਡੀਓ ਦੀ ਚਰਚਾ ਹੋ ਰਹੀ ਹੈ ਜਿਸ 'ਚ ਰਾਮ ਰਹੀਮ ਦੀ ਰਿਹਾਈ ਦੀ ਮੰਗ ਹੁੰਦੀ ਹੈ? ਮੈਨੂੰ ਇਸ ਤਰ੍ਹਾਂ ਲੱਗਦਾ ਸੁਖਵਿੰਦਰ ਕਿ ਰਾਮ ਰਹੀਮ ਦਾ ਪਿਛਲੇ ਦਿਨਾਂ ਤੋਂ ਚਰਚਾ ਸੀ ਕਿ ਉਹਦੇ ਮਦਰ ਬਿਮਾਰ ਹੈ ਤੇ ਉਹਨੇ ਉਹ ਪਲੀ ਲੈ ਕੇ, ਉਹ ਦਲੀਲ ਲੈ ਕੇ ਪੈਰੋਲ ਤੇ ਜਾਣ ਦੀ ਕੋਈ ਬਿਨੇ ਪੱਤਰ ਪ੍ਰਸ਼ਾਸਨ ਨੂੰ ਦਿੱਤਾ ਹੈ। ਜਿਹੜੇ ਪ੍ਰਸ਼ਾਸਨ ਨੇ ਉਹ ਮਨਜ਼ੂਰ ਕਰ ਲਿਆ ਹੋਏਗਾ। ਜੇਕਰ ਇਸ ਦੇ ਵਿੱਚੋਂ ਆਪਾਂ ਰਾਮ ਰਹੀਮ ਨੂੰ ਹਟਾ ਦਈਏ, ਕੋਈ ਵੀ ਆਮ ਆਦਮੀ ਜੇ ਇਸ ਸਥਿਤੀ ਦੇ ਵਿੱਚ, ਜਦੋਂ ਉਹਦੀ ਮਾਂ ਮਰਨ ਵਾਲੀ ਹੋਵੇ ਜਾਂ ਬਿਮਾਰ ਹੋਵੇ, ਸੀਰੀਅਸਲੀ ਏਜ ਫੈਕਟਰ ਉਹਦੇ ਵਿੱਚ ਹੈ, ਉਹ ਮੇਰਾ ਖਿਆਲ ਹੈ ਜ਼ਰੂਰ ਹਮਦਰਦੀ ਨਾਲ ਵਿਚਾਰ ਕਰਦਾ ਹੋਏਗਾ ਪ੍ਰਸ਼ਾਸਨ। ਉਹਦੇ ਵਿੱਚ ਮੈਂ ਯਕੀਨਨ ਤਾਂ ਇਹ 'ਚ ਕੁਛ ਨਹੀਂ ਕਹਿ ਸਕਦਾ ਵੀ ਕੀ ਹੈ। ਆਪਾਂ ਬੜਾ ਦੇਖਦਾ ਜਦੋਂ ਇਹ ਵੱਡੇ ਲੋਕ, ਲੀਡਰ, ਜਦੋਂ ਇਹਨਾਂ ਨੂੰ ਪੁਲਿਸ ਮਾੜਾ ਜਿਹਾ ਹੱਥ ਪਾਉਂਦੀ ਹੈ ਤਾਂ ਇਹ ਉਹਦੀ ਬਿਮਾਰ ਹੋ ਜਾਂਦੇ ਨੇ, ਹਸਪਤਾਲਾਂ ਚਲੇ ਜਾਂਦੇ ਨੇ, ਮਾਂ ਦਾ ਬਹਾਨਾ ਲਾਉਂਦੇ ਨੇ, ਘਰ ਕਿਸੇ ਦੀ ਸ਼ਾਦੀ ਦਾ ਬਹਾਨਾ ਲਾਉਂਦੇ ਨੇ, ਪਰੋਲ ਆਉਣ ਤੇ, ਪਰੋਲ ਕਰਾਉਣ ਲੈਣ ਲਈ, ਮੰਗਣ ਲਈ ਉਹ ਰਾਹਤ ਮੰਗਦੇ ਨੇ। ਸੋ ਇਸ ਤਰ੍ਹਾਂ ਮੈਨੂੰ ਲੱਗਦਾ ਵੀ ਇਹ ਸੱਚ ਵੀ ਹੋ ਸਕਦਾ ਕਿ ਉਹਦੀ ਮਾਂ ਨੂੰ ਮਿਲਣਾ ਹੈ, ਤੇ ਇਹ ਇੱਕ ਬਹਾਨਾ ਵੀ ਹੋ ਸਕਦਾ ਹੈ। ਇਹਦੇ ਬਾਰੇ ਮੈਂ ਨਹੀਂ ਬਹੁਤ ਕਲੈਰਿਟੀ ਨਾਲ ਕਹਿ ਸਕਦਾ ਕਿ ਸਿਚੁਏਸ਼ਨ ਕੀ ਹੈ। ਪਰ ਇਸ ਦਾ ਦੂਸਰਾ ਪੱਖ ਇਹ ਹੈ ਕਿ ਜੇਕਰ ਰਾਮ ਰਹੀਮ ਆਪਣੀ ਮਾਤਾ ਨੂੰ ਮਿਲਣ ਲਈ ਜੇਲ੍ਹ ਪ੍ਰਸ਼ਾਸਨ ਦੇ ਨਿਯਮਾਂ ਅਨੁਸਾਰ ਪੈਰੋਲ ਮੰਗਦਾ ਹੈ ਤੇ ਜੇ ਉਹਨੂੰ ਮਿਲ ਜਾਂਦੀ ਹੈ, ਔਰ ਉਹ ਵੀ 48 ਘੰਟੇ ਦੀ, ਇਹਦੇ ਵਿੱਚ ਮੈਨੂੰ ਨਹੀਂ ਲੱਗਦਾ ਕਿ ਇਹ ਬਹੁਤ ਵੱਡਾ ਚਰਚਾ ਦਾ ਮੁੱਦਾ ਹੈ। ਪਰ ਸਮੇਂ ਦੀਆਂ ਸਰਕਾਰਾਂ ਨੂੰ ਜਾਂ ਸਮੇਂ ਦੀਆਂ ਰਾਜਨੀਤਿਕ ਪਾਰਟੀਆਂ ਨੂੰ, ਦੋਵਾਂ ਨੂੰ ਹੀ, ਕਿਉਂਕਿ ਉਹ ਜਿਹੜੀ ਸ਼ਾਸਤ ਧਿਰ ਹੈ, ਜੇ ਹਰਿਆਣੇ ਦੇ ਵਿੱਚ ਆਪਾਂ ਕਹੀਏ ਕਿ ਉਹ ਬੀਜੇਪੀ ਹੈ, ਕਾਂਗਰਸ ਨੂੰ ਮੌਕਾ ਮਿਲੇਗਾ ਉਹਨਾਂ ਤੇ ਹਮਲਾ ਕਰਨ ਦਾ। ਦੂਜਿਆਂ ਨੇ ਕਹਿਣਾ ਕਿ ਜੀ ਉਹ ਪੰਜਾਬ 'ਚ ਆ ਰਿਹਾ ਹੈ, ਪੰਜਾਬ ਕਾਂਗਰਸ ਦੀ ਮਿਲੀ ਭੁਗਤ ਹੈ। ਇਹ ਮਸਲਾ ਸਾਰਾ ਵੋਟਾਂ ਦੀ ਲਾਈਟ 'ਚ ਹੈ, ਕਿਉਂਕਿ ਹੁਣ ਬਹੁਤ ਸਾਲ ਤੋਂ ਘੱਟ ਸਮਾਂ ਰਹਿ ਗਿਆ ਇਲੈਕਸ਼ਨ ਦੇ ਵਿੱਚ। ਉਸ ਨੂੰ ਸਾਰੀਆਂ ਰਾਜਨੀਤਿਕ ਪਾਰਟੀਆਂ ਇਹ ਮੁੱਦੇ ਨੂੰ ਭੁਨਾਉਣ ਦੀ ਕੋਸ਼ਿਸ਼ ਕਰਨਗੀਆਂ। ਉਹ 'ਚ ਅਕਾਲੀ ਦਲ ਵੀ ਕਰੇਗਾ ਤੇ ਉਹ 'ਚ ਕਾਂਗਰਸ ਵੀ ਕਰੇਗੀ। ਔਰ ਮੈਨੂੰ ਲੱਗਦਾ ਹੈ ਇਸ ਤਰ੍ਹਾਂ ਦੇ ਮੁੱਦੇ ਨੂੰ ਲੂਣ ਮਸਾਲਾ ਜਦੋਂ ਲੱਗਦਾ ਹੈ ਤਾਂ ਪਬਲਿਕ ਨੂੰ ਵੀ ਇਹ ਚੰਗਾ ਲੱਗਦਾ ਤੇ ਮੀਡੀਆ ਨੂੰ ਵੀ ਚੰਗਾ ਲੱਗਦਾ, ਕੁਦਰਤੀ ਹੈ। ਪਰ ਪ੍ਰੋਫੈਸਰ ਸਾਹਿਬ, ਬੇਅਦਬੀ ਵਾਲਾ ਮਸਲਾ ਤਾਂ ਕਿਸੇ ਤੋਂ ਛੁਪਿਆ ਨਹੀਂ ਨਾ, ਜਦੋਂ ਉਧਰ ਚਰਚਾਵਾਂ ਹੋ ਰਹੀਆਂ। ਹਾਲਾਂਕਿ ਹੋਰ ਬਹੁਤ ਇਹੋ ਜਿਹੇ ਰਾਜਸੀ ਕੈਦੀ ਨੇ ਜਾਂ ਸਿੱਖ ਕੈਦੀ ਨੇ, ਉਹਨਾਂ ਦੀ ਪੈਰੋਲ ਦੇ ਉੱਤੇ ਕਿਤੇ ਨਾ ਕਿਤੇ ਕੋਈ ਨਾ ਕੋਈ ਅੜਾ ਦਿੱਤਾ ਜਾਂਦਾ ਹੈ ਕਿ ਨਹੀਂ, ਇਹਨਾਂ ਨੂੰ ਬਾਹਰ ਨਹੀਂ ਆਉਣ ਦਿੱਤਾ ਜਾਏਗਾ। ਪਰ ਰਾਮ ਰਹੀਮ ਜੀ ਦੀ ਚਰਚਾ ਹੈ, ਜਿਵੇਂ ਹੁਣ ਸਿੱਖ ਸਭਾ ਦੇ ਵਿੱਚ ਦਾਦੂਵਾਲ ਹੋਣਾ ਨੇ ਕਿਹਾ ਕਿ ਇਹਦੇ ਨਾਲ ਕੋਈ ਨਾ ਕੋਈ ਜਿਹੜਾ ਉਹ ਹਾਲਾਤ ਵੀ ਵਿਗੜ ਸਕਦੇ ਨੇ। 48 ਘੰਟੇ ਬੰਦੇ ਦਾ, ਉਸ ਮੁਲਜ਼ਮ ਦਾ ਬਾਹਰ ਰਹਿਣਾ, ਉਸ ਦੋਸ਼ੀ ਦਾ ਬਾਹਰ ਰਹਿਣਾ ਜਿਹਦੇ ਉੱਤੇ ਬੜੇ ਤਰ੍ਹਾਂ ਦੇ ਇਲਜ਼ਾਮ ਨੇ। ਮੈਂ ਤੁਹਾਡੀ ਇਸ ਗੱਲ ਨਾਲ ਸਹਿਮਤ ਹਾਂ 100%। ਇਹੀ ਗੱਲ ਮੈਂ ਕਹਿ ਰਿਹਾ ਕਿ ਰਾਜਨੀਤਿਕ ਪਾਰਟੀਆਂ ਇਸ ਮੁੱਦੇ ਨੂੰ ਭੁਨਾਉਣਗੀਆਂ। ਅਦਰਵਾਈਜ਼ ਜੇਲ੍ਹ ਚੋਂ ਨਿਕਲ ਕੇ ਜੇ ਉਹ ਆਪਣੀ ਮਾਤਾ ਨੂੰ ਮਿਲ ਕੇ 48 ਘੰਟੇ 'ਚ ਵਾਪਸ ਚਲਾ ਜਾਂਦਾ ਹੈ ਤਾਂ ਮੈਨੂੰ ਨਹੀਂ ਲੱਗਦਾ ਉਹਦੇ ਨਾਲ ਕਿ ਇੱਕ ਬੰਦਾ ਕੋਈ ਬਹੁਤ ਵੱਡਾ ਤੂਫਾਨ ਖੜਾ ਕਰ ਸਕਦਾ ਹੈ। ਹਾਂ, ਜੇ ਉਹ ਸਿਆਸੀ ਪਾਰਟੀਆਂ, ਕੋਈ ਵੀ, ਮੈਂ ਇੱਥੇ ਇੱਕ ਪਾਰਟੀ ਨੂੰ ਦੋਸ਼ੀ ਨਹੀਂ ਕਹਿੰਦਾ, ਜੇ ਉਹ ਇੱਦਾਂ ਦਾ ਮੁੱਦਾ ਬਣਾਉਣਾ ਚਾਹੁੰਦੀਆਂ ਨੇ ਤਾਂ ਬਣ ਸਕਦਾ ਹੈ। ਬਹੁਤ ਸਾਰੀਆਂ ਏਜੰਸੀਆਂ ਜਿਹੜੀਆਂ ਸਰਕਾਰਾਂ ਨਾਲ
ਜਾਂ ਰਾਜਨੀਤਿਕ ਪਾਰਟੀਆਂ ਨਾਲ ਚੱਲਦੀਆਂ ਨੇ ਉਹ ਜਾਣ ਬੁੱਝ ਕੇ ਵੀ ਇਦਾਂ ਦਾ ਕੋਈ ਮਾਹੌਲ ਖੜਾ ਕਰ ਸਕਦੀਆਂ ਨੇ। ਇਹਨੂੰ ਉਸ ਨਜ਼ਰੀਏ ਤੋਂ ਵੀ ਦੇਖਿਆ ਜਾਂਦਾ ਨਾ ਕਿ ਜਿਸ ਤਰ੍ਹਾਂ ਦਾ ਹਸ਼ਰ ਭਾਜਪਾ ਦਾ ਜਾਂ JJP ਦਾ ਉੱਥੇ ਹਰਿਆਣੇ ਦੇ ਵਿੱਚ ਹੋਇਆ, ਵੀ ਕਿਤੇ ਨਾ ਕਿਤੇ ਸ਼ਾਇਦ ਥੋੜਾ ਬਹੁਤਾ ਸਾਹ ਆਵੇ ਇਸ ਚੀਜ਼ ਦੇ ਨਾਲ ਕਿ ਰਾਮ ਰਹੀਮ ਦੀਆਂ ਤਾਂ ਚਿੱਠੀਆਂ ਬਹੁਤ ਕੰਮ ਕਰ ਜਾਂਦੀਆਂ, ਹੁਣ ਉਹ ਆਪ ਬਾਹਰ। ਦੇਖੋ ਮੈਂ ਤੁਹਾਨੂੰ ਉਹੀ ਗੱਲ ਕਹਿਣਾ ਕਿ ਜਿਹੜੇ ਇਹ ਮੁੱਦੇ ਨੇ ਇਹਨਾਂ ਨੂੰ ਖੜੇ ਕਰਕੇ ਸਾਰੀਆਂ ਸਿਆਸੀ ਪਾਰਟੀਆਂ ਇਹਨਾਂ ਦਾ ਫਾਇਦਾ ਉਠਾਉਣ ਦੀ ਤਾਕ 'ਚ ਰਹਿੰਦੀਆਂ ਨੇ। ਇਕੱਲਾ ਰਾਮ ਰਹੀਮ ਦੀ ਨਾ ਆਪਾਂ ਗੱਲ ਕਰੀਏ, ਜਿਵੇਂ ਉਹ RSS ਦੇ ਇੱਕ ਕੈਂਪ ਜੇ ਤੇ ਕਿਤੇ ਕਿਸਾਨਾਂ ਨੇ ਹਮਲਾ ਕਰਤਾ। ਮਤਲਬ ਕੀ ਹੈ ਕਿ ਸਾਰੀਆਂ ਸਿਆਸੀ ਪਾਰਟੀਆਂ ਜਿਹੜੀਆਂ ਕੌਮਨਲ ਸਿਆਸਤ ਕਰਦੀਆਂ ਨੇ ਉਹਨਾਂ ਦੀ ਇਹ ਇੱਛਾ ਹੁੰਦੀ ਹੈ ਕਿ ਇੱਕ ਵਿਸ਼ੇਸ਼ ਫਿਰਕੇ ਦੇ ਵਿਸ਼ੇਸ਼ ਗਰੁੱਪ ਦੇ ਲੋਕ ਇੱਕ ਪੋਲ ਤੇ ਇਕੱਠੇ ਹੋਣ। ਮੰਨ ਲਓ ਇਹਦੇ ਨਾਲ ਇੱਕ ਮੈਂ ਮੰਨ ਲਓ ਸ਼ਬਦ ਜੋੜ ਕੇ ਤੁਹਾਨੂੰ ਇਹ ਗੱਲ ਕਹਿ ਰਿਹਾ ਕਿ ਮੰਨ ਲਓ ਰਾਮ ਰਹੀਮ ਦੇ ਬਾਹਰ ਆਉਣ ਨਾਲ ਜਿਹੜੇ ਸਾਰੇ ਡੇਰਾ ਪ੍ਰੇਮੀ ਇਹ ਸੋਚਣ ਕਿ ਜਿੱਥੇ ਬਾਬਾ ਜਾਊਗਾ ਜੀ ਅਸੀਂ ਵੀ ਉੱਥੇ ਪਹੁੰਚਾਂਗੇ, ਉੱਥੇ ਇਕੱਠ ਕਰ ਲੈਂਦੇ ਨੇ, ਤਾਂ ਆਟੋਮੈਟਿਕਲੀ ਸਿੱਖਾਂ ਨੂੰ ਇੱਕ ਮੁੱਦਾ ਮਿਲ ਜੂਗਾ। ਜਿਹੜੇ ਸਿੱਖ ਧੁਰੇ ਨਾਲ ਜੁੜੇ ਨੇ ਉਹ ਆਪਣੇ ਪੋਲ ਤੇ ਇਕੱਠ ਕਰ ਲੈਣਗੇ। ਇਸ ਕਰਕੇ ਇਹ ਸਿਆਸੀ ਪਾਰਟੀਆਂ ਅਕਸਰ ਏਦਾਂ ਕਰ ਲੈਂਦੀਆਂ ਨੇ ਔਰ ਇਹ ਮੋਬਿਲਾਈਜੇਸ਼ਨ ਕੋਈ ਬੜੀ ਵੱਡੀ ਗੱਲ ਨਹੀਂ ਹੈਗੀ, ਇਹ ਕਰਵਾ ਸਕਦੀਆਂ ਨੇ ਆਰਾਮ ਨਾਲ ਇਸ ਤਰ੍ਹਾਂ ਦੀ। ਸੋ ਮੈਂ ਤੁਹਾਨੂੰ ਇਹ ਗੱਲ ਕਹਿਣਾ ਕਿ ਇਹ ਬਲਕਿ ਸਿਆਸੀ ਪਾਰਟੀਆਂ ਨੂੰ ਇਸ ਕੋਵਿਡ ਦੇ ਸਮੇਂ ਮਾੜੇ ਹਾਲਾਤਾਂ ਦੇ ਸਮੇਂ ਕਹਿਣਾ ਇਹ ਚਾਹੀਦਾ ਹੈ, ਯਤਨ ਇਹ ਕਰਨਾ ਚਾਹੀਦਾ ਹੈ ਕਿ ਉਹ ਇਹ ਅਪੀਲ ਕਰਨ ਕਿ ਬਾਬਾ ਰਾਮ ਰਹੀਮ ਜਿਹੜਾ ਹੈ ਸੋ ਕਾਲਡ ਬਾਬਾ, ਉਹ ਆਪਣੀ ਮਾਤਾ ਨੂੰ ਮਿਲੇ ਸੁਹਿਰਦਤਾ ਨਾਲ, ਜਿਸ ਕਾਰਨ ਉਹਨੇ ਪੈਰੋਲ ਰਹੀ ਹੈ ਉਹਦੀ ਸੀਮਾ 'ਚ ਰਹਿੰਦੇ ਹੋਏ 24 ਘੰਟੇ 'ਚ ਵਾਪਸ ਜੇਲ੍ਹ 'ਚ ਚਲੇ ਜਾਵੇ। ਪਰ ਇਹ ਨਹੀਂ ਕਹਿਣਗੇ ਇਹ, ਕਿਉਂਕਿ ਇਹਨਾਂ ਨੂੰ ਮੁੱਦਾ ਚਾਹੀਦਾ ਹੈ। ਇਸ ਕਰਕੇ ਮੈਂ ਤੁਹਾਨੂੰ ਫਿਰ ਮੈਂ ਇਹੀ ਕਹਿਣਾ ਕਿ ਸਿਆਸੀ ਪਾਰਟੀਆਂ ਇਸ ਦੇ ਲਈ ਇਹ ਮੁੱਦਾ ਬਣਾਉਣਾ ਅੱਛਾ ਮੌਕਾ ਹੈ, ਮੈਂ ਸਮਝਦਾ। ਜਦੋਂ ਵੀਡੀਓ ਵਾਇਰਲ ਹੁੰਦੀ ਹੈ ਉੱਥੇ ਵੀ ਤਾਂ ਸਵਾਲ ਖੜੇ ਹੁੰਦੇ ਨੇ। ਹਾਂ ਕੁਦਰਤੀ ਹੈ ਇਹ ਤੇ ਦੇਖੋ ਮੈਂ ਫਿਰ ਇਹ ਕਹਿਣਾ ਕਿ ਜਿਹੜੇ ਇਹ ਲੋਕ ਨੇ ਕਿਤੇ ਨਾ ਕਿਤੇ ਜੇਲ੍ਹ ਪ੍ਰਸ਼ਾਸਨ ਤੋਂ ਜਾਂ ਜਿਹੜੇ ਸਿਆਸੀ ਲੋਕ ਸੱਤਾ ਤੇ ਕਾਬਜ ਨੇ ਉਹਨਾਂ ਤੋਂ ਫਾਇਦੇ ਤਾਂ ਲੈਂਦੇ ਨੇ, ਪਰਦੇ ਦੇ ਪਿੱਛੇ ਇਹਨਾਂ ਦੀ ਕਿਤੇ ਨਾ ਕਿਤੇ ਕੋਈ ਸਾਂਠ ਗਾਂਠ ਲੱਭ ਜਾਂਦੀ ਹੈ ਜੇ ਆਪਾਂ ਲੱਭੀਏ। ਸੋ ਇਸ ਤਰ੍ਹਾਂ ਦੀ ਗੱਲ ਤਾਂ ਹੈ ਇਹਦੇ ਵਿੱਚ ਕੋਈ ਨਾ ਕੋਈ। ਦੂਸਰਾ ਇਹ ਹੈ ਵੀ ਕਈ ਵਾਰੀ ਇਹ ਅਚਾਨਕ ਵੀ ਹੋ ਸਕਦਾ ਹੈ ਤੇ ਇਹ ਟਾਈਮ ਨੂੰ ਦੇਖਦੇ ਹੋਏ ਟਾਈਮ ਅਨੁਸਾਰ ਕੀਤਾ ਹੋਇਆ ਜਿਹੜਾ ਐਕਸ਼ਨ ਵੀ ਹੋ ਸਕਦਾ ਹੈ। ਦੋਨੇ ਗੱਲਾਂ ਹੋ ਸਕਦੀਆਂ ਨੇ, ਇਸ ਤਰ੍ਹਾਂ ਕਰਦੀਆਂ ਰਹੀਆਂ ਨੇ ਸਿਆਸੀ ਪਾਰਟੀਆਂ ਸਮੇਂ ਸਮੇਂ ਤੇ। ਬਿਲਕੁਲ ਕਾਂਗਰਸ ਦੀ ਸਿਆਸਤ ਨੂੰ ਕਿਸ ਤਰ੍ਹਾਂ ਆਪਾਂ ਸਮਝੀਏ ਕਿ ਕੋਈ ਨਾ ਕੋਈ ਰੌਲਾ ਰੱਪਾ ਇਹਨਾਂ ਦਾ ਨਿੱਤ ਦਿਨ ਪਿਆ ਰਹਿੰਦਾ, ਖਾਸ ਕਰ ਜੇ ਹੁਣ ਪੰਜਾਬ ਦੀ ਸਿਆਸਤ ਵੱਲ ਨਜ਼ਰ ਮਾਰੀਏ ਤਾਂ? ਦੇਖੋ ਪਿਛਲੇ ਕੋਈ 15 ਸਾਲਾਂ ਤੋਂ ਇਕੱਲੀ ਕਾਂਗਰਸ ਦਾ ਨਹੀਂ, ਸਾਰੀਆਂ ਸਿਆਸੀ ਪਾਰਟੀਆਂ ਨੇ ਸੂਬੇ 'ਚ ਇੱਕ ਪਰਸਨੈਲਿਟੀ ਨੂੰ ਏਦਾਂ ਖੜਾ ਕਰ ਲਿਆ ਕਿ ਉਹ ਹੀ ਬੰਦਾ ਮੁੱਖ ਮੰਤਰੀ ਦਾ ਉਮੀਦਵਾਰ ਹੈ, ਉਹ ਤੋਂ ਬਿਨਾਂ ਹੋਰ ਕੋਈ ਬੰਦਾ ਮੁੱਖ ਮੰਤਰੀ ਦੇ ਪਦ ਲਈ ਨਾ ਸੋਚੇ। ਪਰੰਤੂ ਇਹ ਹੈ ਵੀ ਜਦੋਂ ਉਹ ਬੰਦੇ ਨੂੰ ਉਸ ਪਰਸਨੈਲਿਟੀ ਨੂੰ ਵਿਅਕਤੀਤਵ ਨੂੰ ਏਦਾਂ ਖੜਾ ਕਰ ਦੇਈਦਾ ਤਾਂ ਉਹ ਆਪਣੇ ਸਿਆਸੀ ਵਿਰੋਧੀਆਂ ਨੂੰ ਕਹਿ ਲਓ ਜਾਂ ਸਿਆਸੀ ਤੌਰ ਤੇ ਜਿਨ੍ਹਾਂ ਨਾਲ ਅਣਬਣ ਹੈ ਉਹਨਾਂ ਨੂੰ ਪੂਰੀ ਤਰ੍ਹਾਂ ਉਹ ਇਗਨੋਰ ਕਰ ਦਿੰਦਾ ਹੈ, ਜਦੋਂ ਕਿ ਉਹਨਾਂ ਦੇ ਕੱਦ ਵੀ ਕਿਸੇ ਨਾ ਕਿਸੇ ਹੈਸੀਅਤ 'ਚ ਵੱਡੇ ਨੇ। ਉਹਦੇ ਵਿੱਚ ਬੜੀਆਂ ਚਾਲਾਂ ਚੱਲੀਆਂ ਜਾਂਦੀਆਂ ਨੇ। ਉਸ ਮੈਂ ਇਹਨੂੰ ਸਿਆਸੀ ਚਾਲਾਂ ਹੀ ਕਹੂੰਗਾ। ਜਿਵੇਂ ਮਤਲਬ ਸਾਬਕਾ ਮੁੱਖ ਮੰਤਰੀ ਮੈਡਮ ਭੱਠਲ ਹੈ, ਮੈਡਮ ਭੱਠਲ ਨੂੰ ਇੱਕ ਅਹੁਦਾ ਦੇ ਕੇ ਚੁੱਪ ਕਰਾ ਦਿੱਤਾ ਗਿਆ ਤੇ ਦੂਸਰਾ ਉਹਨੂੰ ਇਹ ਸਿਆਸੀ ਤੌਰ ਤੇ ਕਾਬੂ ਕਰ ਲਿਆ ਗਿਆ ਕਿ ਜੇਕਰ ਇਸ ਤੋਂ ਵੱਧ ਤੁਸੀਂ ਬੋਲੋਗੇ ਤੁਹਾਡਾ ਸਿਆਸੀ ਨੁਕਸਾਨ ਬਹੁਤ ਵੱਡਾ ਹੋ ਜਾਏਗਾ। ਪਹਿਲੀ ਵਾਰੀ ਤੁਸੀਂ MLA ਜਿੱਤੇ ਨਹੀਂ, ਹੋ ਸਕਦਾ ਅਗਲੀ ਵਾਰ ਵੀ ਨਾ ਤੁਹਾਨੂੰ ਜਿੱਤਣ ਦਿੱਤਾ ਜਾਵੇ। ਮੈਂ ਉਸ ਹਲਕੇ ਦਾ ਸਮੇਂ-ਸਮੇਂ ਤੇ ਮੈਂ ਪਹਿਲਾਂ ਵੀ ਜਾਣਦਾ, ਪਹਿਲਾਂ ਵੀ ਕੈਪਟਨ ਅਮਰਿੰਦਰ ਸਿੰਘ ਦੇ ਧੜੇ ਵੱਲੋਂ, ਮੈਂ ਕੈਪਟਨ ਅਮਰਿੰਦਰ ਸਿੰਘ ਵੱਲੋਂ ਨਹੀਂ ਕਹਿ ਰਿਹਾ, ਉਹਦੇ ਧੜੇ ਵੱਲੋਂ ਪਹਿਲਾਂ ਵੀ ਇੱਦਾਂ ਦੀਆਂ ਸਾਜ਼ਿਸ਼ਾਂ ਰਚੀਆਂ ਜਾਂਦੀਆਂ ਰਹੀਆਂ। ਉੱਥੇ ਬਾਗੀ ਖੜਾ ਕਰਤਾ, ਕੋਈ ਕਰਤਾ, ਕਾਂਗਰਸੀ ਬਾਗੀ 2 ਵਾਰੀ ਇਸ ਤਰ੍ਹਾਂ ਦੇ ਰਿਜ਼ਲਟ ਸੀ ਉਹ ਖੜਾ ਹੋਇਆ, ਉਹ 10-12 ਹਜ਼ਾਰ ਵੋਟ ਲੈ ਜਾਂਦਾ ਸੀ, ਪਰ ਉਹ ਫਿਰ ਵੀ ਉਹ ਕਾਮਯਾਬ ਰਹੇ। ਪਰ ਕਈ ਵਾਰੀ ਜਦੋਂ ਤੁਸੀਂ ਸੱਤਾ ਤੋਂ ਥੋੜ੍ਹਾ ਜਿਹਾ ਲਾਂਭੇ ਹੋ ਜਾਂਦੇ ਹੋ ਉਦੋਂ ਤੁਹਾਡੀ ਵਿੱਤੀ ਪੋਜੀਸ਼ਨ ਵੀ ਕਮਜ਼ੋਰ ਹੋ ਜਾਂਦੀ ਹੈ ਤੇ ਤੁਹਾਡੀ ਸਿਆਸੀ ਤਾਕਤ ਵੀ ਕਮਜ਼ੋਰ ਹੋ ਜਾਂਦੀ ਹੈ, ਬੰਦੇ ਟੁੱਟ ਭੱਜ ਹੋ ਜਾਂਦੀ ਹੈ ਬਹੁਤ ਵਾਰ। ਸੋ ਇੱਦਾਂ ਹੀ ਪੰਜਾਬ 'ਚ ਜੇ ਆਪਾਂ ਦੇਖੀਏ ਕਿ ਇਸ ਤਰ੍ਹਾਂ ਇੱਕ ਪਰਸਨੈਲਿਟੀ ਕਲਟ ਕਹੋ ਕਿ ਅਕਾਲੀ ਦਲ ਦੇ ਵਿੱਚ ਸੁਖਬੀਰ ਬਾਦਲ ਤੋਂ ਬਿਨਾਂ ਜਾਂ ਵੱਡੇ ਬਾਦਲ ਸਾਹਿਬ ਤੋਂ ਬਿਨਾਂ, ਕਾਂਗਰਸ ਦੇ ਵਿੱਚ ਅਮਰਿੰਦਰ ਤੋਂ ਬਿਨਾਂ, ਇਹ ਇਸ ਤਰ੍ਹਾਂ ਦਾ ਇੱਕ ਪੈਦਾ ਕਰਤੀ ਪਰਸੈਪਸ਼ਨ ਕਿ ਜੀ ਹੋਰ ਕੋਈ ਲੀਡਰ ਮੁੱਖ ਮੰਤਰੀ ਬਣ ਹੀ ਨਹੀਂ ਸਕਦਾ। ਤੇ ਜਿਹੜਾ ਬੰਦਾ ਕੋਈ, ਮੈਨੂੰ ਯਾਦ ਹੈ ਕਿ ਜਦੋਂ ਬਾਦਲ ਸਾਹਿਬ ਨੇ ਜਥੇਦਾਰ ਰਟੌੜਾ ਨੂੰ ਇੱਕ ਦੋਸ਼ ਲਾ ਕੇ
ਵਿਰੋਧੀ ਗਰੁੱਪ ਦੇ ਤੌਰ ਤੇ ਉਹਨੂੰ ਪਾਰਟੀ ਚੋਂ ਕੱਢਿਆ, ਤਾਂ ਉਹਦੇ ਨਾਲ ਘੱਟੋ ਘੱਟ 4 ਮੰਤਰੀ ਪਦਾਂ ਤੋਂ ਅਸਤੀਫੇ ਦੇ ਕੇ ਉਹਨਾਂ ਨਾਲ ਚਲੇ ਗਏ, 5 ਜਾਂ 6 ਉਹਨਾਂ ਨਾਲ MLA ਚਲੇ ਗਏ ਇਨਕਲੂਡਿੰਗ ਮੰਤਰੀ। ਹੁਣ ਸਿਚੁਏਸ਼ਨ ਇਦਾਂ ਦੀ ਹੈ ਕਿ ਜੇਕਰ ਕਿਸੇ ਮੰਤਰੀ ਨੂੰ ਕੱਢ ਦਿੱਤਾ ਜਾਂਦਾ ਹੈ ਤਾਂ ਉਹ ਜਿਹੜੇ ਗਰੁੱਪਸ ਨੇ, ਉਹ CM ਨੇ, ਕੋਈ ਵੀ CM ਹੋਵੇ, ਚਾਹੇ ਉਹ ਅਕਾਲੀ ਦਲ ਦੇ ਸੀ ਚਾਹੇ ਇਹ ਸੀ, ਉਹਨਾਂ ਨੇ ਇੰਨੇ ਕਾਬੂ ਕੀਤੇ ਹੋਏ ਨੇ ਕਿ ਉਹ ਇਸ ਤਰ੍ਹਾਂ ਨਹੀਂ ਹੈਗਾ। ਕੋਈ ਬੰਦਾ ਇਹ ਕਲੇਮ ਨਹੀਂ ਕਰਦਾ ਵੀ ਮੇਰੇ ਧੜੇ ਨਾਲ 4 MLA ਨੇ ਜਾਂ ਅਸੀਂ 4 MLA ਜੁੜੇ ਹੋਏ ਹਾਂ। ਸਿਰਫ ਤੇ ਸਿਰਫ ਆਹ 2 ਬੰਦੇ ਲੱਗਦੇ ਨੇ ਕਿ ਨਵਜੋਤ ਸਿੱਧੂ ਤੇ ਪ੍ਰਗਟ ਸਿੰਘ ਸ਼ਾਇਦ ਦੋਨੇ ਇਕੱਠੇ ਹੋਣ, ਮੈਨੂੰ ਨਹੀਂ ਪਤਾ, ਮੈਂ ਸ਼ਾਇਦ ਸ਼ਬਦ ਵਰਤ ਰਿਹਾ, ਇਹ ਸ਼ਾਇਦ ਇਕੱਠੇ ਹੋਣ। ਹੋਰ ਕਿਸੇ ਦੇ ਵਿੱਚੋਂ ਏਦਾਂ ਦੀ ਸੁਰ ਨਹੀਂ ਆ ਰਹੀ ਕਿ ਅਸੀਂ ਉਹਦੇ ਨਾਲ ਇਹ ਹੋ ਜਾਊਗਾ। ਭਾਵੇਂ ਸਾਨੂੰ ਲੱਗ ਰਿਹਾ ਹੈ ਕਿ ਸੁਖਜਿੰਦਰ ਰੰਧਾਵਾ, ਚੰਨੀ, ਇਸ ਤਰ੍ਹਾਂ ਦੇ ਜਿਹੜੇ ਮੰਤਰੀ ਨੇ ਜਾਂ ਜਿਹੜੇ ਬਾਗੀਆਂ ਦੀ ਬੈਠਕ ਹੋਈ ਹੈ, ਪਰ ਕਿਤੇ ਇਹ ਬਿਆਨ ਦੇਣ ਨੂੰ ਉਹ ਵੀ ਤਿਆਰ ਨਹੀਂ ਹੈਗੇ ਕਿ ਅਸੀਂ ਇਕੱਠੇ ਚੱਲਾਂਗੇ। ਔਰ ਪਹਿਲਾਂ ਵੀ ਇਦਾਂ ਦੀਆਂ ਗੱਲਾਂ ਆਈਆਂ ਨੇ, ਸਹੁੰ ਸੂੰ ਖਾ ਕੇ ਪਿੱਛੇ ਹਟ ਜਾਂਦੇ ਨੇ ਲੋਕ। ਬਿਲਕੁਲ। ਸੋ ਇਸ ਕਰਕੇ ਹੁਣ ਉਸ ਤਰ੍ਹਾਂ ਦੀ ਸਿਆਸਤ ਦੇ ਵਿੱਚ ਅਮਰਿੰਦਰ ਸਿੰਘ ਨੂੰ, ਕਿਉਂਕਿ ਤੁਸੀਂ ਉਹ ਖਬਰ ਵੀ ਆਈ ਹੈ, ਅਮਰਿੰਦਰ ਸਿੰਘ ਦੇ ਪੱਖ ਵਾਲਿਆਂ ਨੇ ਕਿਹਾ ਹੈ ਕਿ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਬਾਗੀ ਇਸ ਤਰ੍ਹਾਂ ਤਕੜੇ ਹੋਏ ਨੇ, ਉਹ ਕਹਿੰਦੇ ਹਾਲੇ ਅਮਰਿੰਦਰ ਸਿੰਘ ਨੇ ਆਪਣਾ ਪੱਤਾ ਨਹੀਂ ਨਾ ਕੱਢਿਆ, ਜਦੋਂ ਉਹ ਚੱਲੂਗਾ ਦੇਖਿਓ ਤੁਸੀਂ ਫਿਰ ਕੀ ਬਣਦਾ। ਬਿਲਕੁਲ। ਸੋ ਉਸ ਤਰ੍ਹਾਂ ਅਮਰਿੰਦਰ ਸਿੰਘ ਨੇ ਵੀ ਇਸ ਤਰ੍ਹਾਂ ਦਾ ਪੱਤਾ ਚੱਲਿਆ ਕਿਉਂਕਿ ਜਾਖੜ ਸਾਹਿਬ ਆਪਣੀ MLA ਦੀ ਇਲੈਕਸ਼ਨ ਹਾਰ ਕੇ ਸਿਆਸੀ ਜ਼ਮੀਨ ਖੋ ਚੁੱਕੇ ਸੀ। ਅਮਰਿੰਦਰ ਸਿੰਘ ਇਹ ਸਮਝਦੇ ਨੇ ਕਿ ਉਹਨਾਂ ਨੂੰ ਦੁਬਾਰਾ ਪੈਰਾਂ ਸਿਰ ਗੁਰਦਾਸਪੁਰ ਤੋਂ ਜਾ ਕੇ MP ਲੜਾਉਣਾ ਤੇ ਜਿਤਾਉਣਾ, ਮੈਂ ਉਹਨਾਂ ਨੂੰ ਖੜਾ ਕੀਤਾ। ਤੇ ਹੋ ਸਕਦਾ ਹੈ ਜਾਖੜ ਸਾਹਿਬ ਇਸ ਗੱਲ 'ਚ, ਕਿਉਂਕਿ ਸਾਡੇ ਪੰਜਾਬ 'ਚ ਇਹ ਬੜੀ ਪ੍ਰੋਬਲਮ ਹੈ, ਸਾਡੇ ਸਿਆਸੀ ਮਾਹੌਲ ਇੱਦਾਂ ਦਾ ਹੈ ਕਿ ਇਹ ਸਿੱਖ ਸੂਬਾ ਹੋਣ ਕਰਕੇ ਮੁਸ਼ਕਿਲ ਲੱਗਦਾ ਹੈ ਕਿ ਇੱਥੇ ਹਿੰਦੂ ਕਮਿਊਨਿਟੀ ਦੇ ਬੰਦੇ ਨੂੰ ਕਾਂਗਰਸ CM ਬਣਾਵੇ। ਬਿਲਕੁਲ। ਇੱਥੇ ਜੇ ਕੱਦ ਸੀ ਜਾਂ ਤਾਂ ਜਾਖੜ ਸਾਹਿਬ ਦਾ ਮਤਲਬ ਬਿਲਡ ਹੋਇਆ ਤੇ ਜਾਂ ਅਮਰਿੰਦਰ ਸਿੰਘ ਦਾ, ਹੋਰ ਕਿਸੇ ਵਿਅਕਤੀ ਦਾ ਐਡਾ ਕੱਦ ਹੀ ਨਹੀਂ ਬਿਲਡ ਹੋਇਆ ਕਾਂਗਰਸ 'ਚ ਜਿਹੜਾ ਆਪਾਂ ਨੂੰ ਲੱਗੇ ਕਿ ਇਹ ਮੁੱਖ ਮੰਤਰੀ ਬਣ ਸਕਦਾ ਜਾਂ ਇਹਦੀ ਸਮਰੱਥਾ ਹੈ ਜਾਂ ਇਹਦੇ ਨਾਲ MLA ਜਾ ਸਕਦੇ ਨੇ। ਦੂਸਰਾ, ਕਾਂਗਰਸ ਦਾ ਇੱਕ ਕਲਚਰ ਰਿਹਾ ਹੈ, ਉਹ ਸਿਚੁਏਸ਼ਨ 'ਚੋਂ ਕਲਚਰ ਉਹਨਾਂ ਦਾ ਬੜਾ ਕਾਮਯਾਬ ਰਿਹਾ ਹੈ। ਕਾਂਗਰਸ ਦੇ ਵਿੱਚ ਧੜੇਬੰਦੀ ਦੇ ਤਹਿਤ ਜਿਸਨੇ ਵੀ ਬਗਾਵਤ ਕੀਤੀ ਹੈ, ਕਾਂਗਰਸ ਪਾਰਟੀ ਦਾ ਇਹ ਹੁੰਦਾ ਸੀ ਕਿ ਉਹਨੂੰ ਇੱਕਦਮ ਕੁਛ ਨਹੀਂ ਸੀ ਦਿੱਤਾ ਜਾਂਦਾ, ਉਹਦਾ ਸਬਸਟੀਟਿਊਟ ਲੱਭ ਕੇ। ਇੱਦਾਂ ਦੇ ਕੇਸ ਹੋਏ ਨੇ ਕਿ ਜੇ ਕੋਈ ਬਗਾਵਤ ਹੋ ਗਈ ਤਾਂ ਜਿਹੜਾ ਫੋਰਫਰੰਟ ਤੇ ਬੰਦਾ ਉਹਦੀ ਬਜਾਏ ਕਿਸੇ ਹੋਰ ਵਿਅਕਤੀ ਨੂੰ ਮੁੱਖ ਮੰਤਰੀ ਬਣਾ ਦਿੱਤਾ ਜਾਵੇ, ਤੇ ਉਹ ਇੱਦਾਂ ਦੀ ਸਿਚੁਏਸ਼ਨ 'ਚ ਮੁੱਖ ਮੰਤਰੀ ਬਣ ਗਏ। ਜਿਵੇਂ ਬੇਅੰਤ ਸਿੰਘ ਦੇ ਸਮੇਂ ਰਜਿੰਦਰ ਕੌਰ ਭੱਠਲ ਬਾਗੀ ਦੇ ਤੌਰ ਤੇ ਦਿੱਲੀ ਵੀ ਜਾ ਕੇ ਬੈਠੀ, MLA ਵੀ ਲਾ ਕੇ ਬੈਠੀ, ਉਹਨੂੰ ਕਿਸੇ ਤਰ੍ਹਾਂ ਮਨਾਮ ਕੇ ਮੋੜ ਕੇ ਭੇਜ ਦਿੱਤਾ ਗਿਆ। ਪਰ ਬੇਅੰਤ ਸਿੰਘ ਦੀ ਮੌਤ ਤੋਂ ਤੁਰੰਤ ਬਾਅਦ ਮੁੱਖ ਮੰਤਰੀ ਹਰਚੰਦ ਬਰਾੜ ਨੂੰ ਬਣਾ ਦਿੱਤਾ ਗਿਆ, ਤੇ ਉਹ ਅੱਛੇ ਮੁੱਖ ਮੰਤਰੀ ਸਿਆਸੀ ਤੌਰ ਤੇ ਸਾਬਤ ਨਹੀਂ ਹੋਏ, ਤੇ ਫਿਰ ਇਲੈਕਸ਼ਨਾਂ ਤੋਂ ਪਹਿਲਾਂ ਮੈਡਮ ਭੱਠਲ ਨੂੰ ਬਣਾਉਣਾ ਪਿਆ। ਸੋ ਇਸ ਤਰ੍ਹਾਂ ਇਹ ਹੈ ਕਿ ਆਮ ਜਿਹੜੇ ਇਹ ਲੋਕ ਨੇ, ਚਾਹੇ ਉਹ ਦੂਲੋ ਸਾਹਿਬ ਹੋਣ, ਉਹ ਫੋਰਫਰੰਟ ਤੇ ਆ ਜਾਂਦੇ ਨੇ, ਪਰ ਉਹ ਇਸ ਕਰਕੇ ਆ ਜਾਂਦੇ ਨੇ ਕਿ ਉਹਨਾਂ ਨੂੰ ਪਤਾ ਹੈ ਕਿ ਮੈਂ ਮੁੱਖ ਮੰਤਰੀ ਦਾ ਉਮੀਦਵਾਰ ਨਹੀਂ, ਨਾ ਮੈਨੂੰ ਬਣਨ ਦੇਣਾ ਕਿਸੇ ਨੇ। ਫਿਰ ਜਿਹੜਾ ਜਿਵੇਂ ਪ੍ਰਤਾਪ ਬਾਜਵਾ ਹੈ, ਉਹ ਮੁੱਖ ਮੰਤਰੀ ਦਾ ਦਾਅਵੇਦਾਰ ਹੈ ਮੇਰੇ ਮੁਤਾਬਕ, ਉਹ ਇਸ ਕਰਕੇ ਸਿੱਧੀ ਲੜਾਈ 'ਚ ਨਹੀਂ ਆਉਂਦਾ। ਹਾਂ, ਜਦੋਂ ਕੋਈ ਪੈਂਤੜਾ ਚੱਲਦਾ ਕੋਸ਼ਿਸ਼ ਕਰਦਾ ਉਹ ਕਿ ਇਹਨੂੰ ਤੂਲ ਦਿੱਤਾ ਜਾਵੇ, ਬਲਦੀ ਤੇ ਤੇਲ ਪਾਉਣ ਦਾ ਪੂਰਾ ਯੋਗਦਾਨ ਕਰਦਾ ਹੈ, ਤੇ ਉਹਨੂੰ ਇਹ ਲੱਗਦਾ ਹੈ ਕਿ ਜੇ ਨਵਜੋਤ ਸਿੱਧੂ ਕੋਈ ਸੰਕਟ ਖੜਾ ਕਰਦੇ ਨੇ ਤਾਂ ਸ਼ਾਇਦ ਉਸ ਤੋਂ ਬਾਅਦ ਦਾ ਮੇਰਾ ਲੱਗਣਾ, ਨਵਜੋਤ ਸਿੱਧੂ ਦਾ ਸ਼ਾਇਦ ਦਾ ਨਾ ਲੱਗੇ, ਜੋ ਕਾਂਗਰਸ ਕਲਚਰ ਹੈ। ਪਰ ਇਹ ਕਲਚਰ ਉਦੋਂ ਫਿੱਟ ਸੀ ਜਦੋਂ ਕੇਂਦਰ ਦੇ ਵਿੱਚ ਪਾਰਟੀ ਬਹੁਤ ਤਾਕਤਵਰ ਸੀ। ਹੁਣ ਕੇਂਦਰ ਦੇ ਵਿੱਚ ਪਾਰਟੀ ਕੋਈ ਬਹੁਤ ਤਾਕਤਵਰ ਨਹੀਂ। ਜਿਹੜੇ ਸੂਬਿਆਂ 'ਚ ਕਾਂਗਰਸ ਦੀਆਂ ਸਰਕਾਰਾਂ ਨੇ, ਮੇਰੀ ਜਾਣਕਾਰੀ ਮੁਤਾਬਕ ਉਹ ਸੂਬਿਆਂ ਦੇ ਵਿੱਚ ਜਿਹੜੇ ਮੁੱਖ ਮੰਤਰੀ ਨੇ ਉਹ ਵੀ ਤਾਕਤਵਰ ਨੇ। ਸੋ ਇਸ ਕਰਕੇ ਇਹ ਇੱਥੇ ਸਾਬਤ ਹੋ ਰਿਹਾ ਹੈ ਕਿ ਜਿਹੜੀ ਕਾਂਗਰਸ ਦੀ ਕੇਂਦਰੀ ਲੀਡਰਸ਼ਿਪ ਹੈ, ਉਹ ਰਾਜਸਥਾਨ 'ਚ ਵੀ ਸਾਬਤ ਹੋਇਆ, ਉਹ ਮੱਧ ਪ੍ਰਦੇਸ਼ ਦੀ ਰਾਜਨੀਤੀ 'ਚ ਵੀ ਇਹੀ ਸਾਬਤ ਹੋਇਆ, ਪੰਜਾਬ 'ਚ ਵੀ ਲਗਭਗ ਇਹੀ ਗੱਲ ਲੱਗ ਰਹੀ ਹੈ ਕਿ ਉਹ ਕਮਜ਼ੋਰ ਹੈ। ਨਾ ਤਾਂ ਉਹ ਬਾਗੀ ਤੇ ਐਕਸ਼ਨ ਲੈ ਸਕਦੀ ਹੈ,
ਬਿਲਕੁਲ। ਤੇ ਨਾ ਜਿਹੜਾ ਸੱਤਾਧਾਰੀ ਆ ਉਹਨੂੰ ਤਾੜ ਸਕਦੀ ਹੈ ਵੀ ਤੂੰ ਇਹਨੂੰ ਨਾਲ ਲੈ ਕੇ ਚੱਲ। ਬਿਲਕੁਲ। ਇਹਦਾ ਮਤਲਬ ਇਹ ਹੋਇਆ ਕਿ ਜਿਹੜਾ ਪੰਜਾਬ ਤੇ ਸੱਤਾਧਾਰੀ ਹੈ ਉਹ ਆਪਣੀ ਮਰਜ਼ੀ ਨਾਲ ਕੇਂਦਰ ਦੀ ਜਿਹੜੀ ਲੀਡਰਸ਼ਿਪ ਹੈ ਉਹਨੂੰ ਆਪਣੀਆਂ ਗੱਲਾਂ ਮਨਵਾ ਲੈਂਦਾ ਵੀ ਨਹੀਂ ਮੈਂ ਤਾਂ ਇਦਾਂ ਹੀ ਚੱਲੂਗਾ। ਉਹਦੇ ਵਿੱਚ ਥੋੜਾ ਬਹੁਤਾ ਜੇ ਆਪਾਂ ਕਹੀਏ 10% ਊਚ ਨੀਚ ਕਰਕੇ, ਜਿਵੇਂ ਹਰੀਸ਼ ਰਾਵਤ ਆ ਗਿਆ, ਹਰੀਸ਼ ਰਾਵਤ ਫਿਰ ਉਹ ਦੁਬਾਰੇ ਐਕਟਿਵ ਹੋ ਸਕਦਾ ਹੈ, ਫਿਰ ਇਹਨਾਂ ਨੂੰ ਬਿਠਾ ਕੇ ਸੁਲਹ ਸਫਾਈ ਜੀ ਕਰਾ ਸਕਦਾ ਹੈ। ਪਰ ਇਹ ਜ਼ਰੂਰ ਹੈ ਕਿ ਇਹ ਇੱਕ ਸਿਚੁਏਸ਼ਨ ਇਸ ਤਰ੍ਹਾਂ ਦੀ ਬਣੀ ਹੈ, ਇਹ ਗੱਲ ਵੱਖਰੀ ਹੈ ਕਿ ਜੇਕਰ ਇਸ ਸਿਚੁਏਸ਼ਨ ਦੇ ਵਿੱਚ ਕਾਂਗਰਸ ਦੀ ਲੀਡਰਸ਼ਿਪ ਤਕੜੀ ਹੋਵੇ, ਉਹ ਇਹ ਚੀਜ਼ ਨੂੰ ਅਗਲੀ ਇਲੈਕਸ਼ਨ ਦੇ ਵਿੱਚ ਫਾਇਦੇ ਦੇ ਤੌਰ ਤੇ ਇਹਦਾ ਫਾਇਦਾ ਲੈਣਾ ਚਾਹਵੇ, ਤਾਂ ਇਹ ਜ਼ਰੂਰ ਮੇਰੀ ਸਮਝ ਇਹ ਕਹਿੰਦੀ ਹੈ ਕਿ ਕੋਈ ਵੀ ਹੋਰ ਪਰਸਨੈਲਿਟੀ, ਵਿਅਕਤੀਤਵ ਜਿਹਦਾ ਇਮੇਜ ਸਿੱਖੀ ਵਾਲਾ ਹੋਵੇ, ਜਿਹੜਾ ਸਿੱਖ ਵੋਟਰ ਨੂੰ ਅਪੀਲ ਕਰੇ ਤੇ ਆਪਦੇ ਰਹਿੰਦੇ ਪਿਛਲੇ 8 ਮਹੀਨਿਆਂ 'ਚ ਇਹ ਜਿਹੜੀ ਬੇਅਦਬੀ ਦਾ ਮਾਮਲਾ ਹੈ ਇਹਦੇ ਤੇ ਕੋਈ ਪੱਕਾ ਐਕਸ਼ਨ ਲੈ ਕੇ ਜਨਤਾ 'ਚ ਭਰੋਸਾ ਪੈਦਾ ਕਰਨ ਦਾ ਯਤਨ ਕਰੇ ਕਿ ਮੈਂ ਜਿਹੜੇ ਲੋਕ ਦੋਸ਼ੀ ਨੇ ਉਹਨਾਂ ਤੇ ਸਜ਼ਾ ਲੈਣ ਦੇ ਵਿੱਚ ਨੇੜੇ ਤੇੜੇ ਲੱਗਿਆ ਹੋਇਆ ਜਾਂ ਉਸ ਪਾਸੇ ਨੂੰ ਤੁਰ ਰਿਹਾ ਜਾਂ ਬਿਲਕੁਲ ਦਬਾਉਣ 'ਚ ਕਾਮਯਾਬ ਰਿਹਾ। ਇਸ ਗੱਲ 'ਚ ਜਿਹੜਾ ਸਿੱਖ ਵੋਟਰ ਹੈ ਉਹ ਅਕਾਲੀ ਦਲ ਤੋਂ ਨਾਰਾਜ਼ ਹੈ ਤੇ ਹੁਣ ਉਹ ਅਮਰਿੰਦਰ ਤੋਂ ਵੀ ਨਾਰਾਜ਼ ਹੈ। ਜੇਕਰ ਇਦਾਂ ਦਾ ਮੁੱਦਾ ਕਿਸੇ ਹੋਰ ਪਰਸਨੈਲਿਟੀ ਨਾਲੇ ਖੜਾ ਕਰ ਲੈਂਦੇ ਨੇ ਤਾਂ ਇਹ 'ਚ ਕਾਮਯਾਬੀ ਮਿਲ ਸਕਦੀ ਹੈ। ਇਹੀ ਕਾਰਨ ਹੈ ਜਿਹਦੇ ਵਿੱਚ ਸੁਖਜਿੰਦਰ ਰੰਧਾਵਾ ਇੱਕ ਵਿਰੋਧੀ ਲੀਡਰ ਵੱਲੋਂ ਵਿਦਿਨ ਦੀ ਕਾਂਗਰਸ ਇੱਕ ਵਿਰੋਧੀ ਗਰੁੱਪ ਦੇ ਲੀਡਰ ਵਜੋਂ ਮਰਜ ਹੋਏ ਨੇ, ਕਿਉਂਕਿ ਉਹਨਾਂ ਦਾ ਇਮੇਜ ਹੈ ਜਿਹੜਾ ਸੁਖਜਿੰਦਰ ਰੰਧਾਵਾ ਦਾ ਨਾ, ਜਾਂ ਉਹਦੇ ਫਾਦਰ ਵੀ ਅੰਮ੍ਰਿਤਧਾਰੀ ਸੀ, ਉਹ ਇੱਕ ਸਿੱਖੀ ਹਲਕਿਆਂ ਦੇ ਵਿੱਚ ਸਪੈਸ਼ਲੀ ਮਾਝੇ ਦੇ ਵਿੱਚ ਉਹ ਇੱਕ ਇਮੇਜ ਰੱਖਦੇ ਨੇ ਇੱਦਾਂ ਦਾ, ਔਰ ਉਹਦਾ ਕਾਂਗਰਸ ਨੂੰ ਕੋਈ ਫਾਇਦਾ ਹੋ ਸਕਦਾ ਹੈ। ਦੂਸਰਾ ਇਹਦੇ ਵਿੱਚ ਇਹ ਵੀ ਸਿਚੁਏਸ਼ਨ ਹੈ ਕਿ ਪੰਜਾਬ ਦੀ ਸਿਆਸਤ ਹੁਣ ਇੱਧਰ ਨੂੰ ਹੈ। ਮੈਂ ਇਹ ਸਮਝਦਾ ਕਿ ਪਿਛਲੀਆਂ ਇਲੈਕਸ਼ਨਾਂ ਵੇਲੇ ਜਿਹੜੀ 2016 'ਚ ਹੋਈ ਸੀ, 17 'ਚ ਜਿਹੜੀ 2017 'ਚ ਹੋਈ ਸੀ, ਉਸ ਸਮੇਂ ਅਮਰਿੰਦਰ ਸਿੰਘ ਇੰਨੇ ਤਾਕਤਵਰ ਸੀਗੇ ਆਮ ਪਬਲਿਕ ਦੇ ਵਿੱਚ। ਬਿਲਕੁਲ ਆਮ ਪਬਲਿਕ ਇਹ ਸਮਝਦੀ ਸੀ ਕਿ ਇਹ ਬਾਦਲ ਗਰੁੱਪ ਜਾਂ ਬਾਦਲ ਦਲੀਆਂ ਨਾਲੋਂ ਅੱਛੇ ਸਿੱਖ ਨੇ। ਇਹਨਾਂ ਨੇ ਆਪਣਾ ਇਮੇਜ ਏਦਾਂ ਬਣਾਇਆ। ਬਿਲਕੁਲ। ਤੇ ਉਦੋਂ ਅਮਰਿੰਦਰ ਸਿੰਘ ਨੇ ਇਸ ਤਰ੍ਹਾਂ ਦੇ ਆਪਣੇ ਜਿਹੜੇ ਜੈਸਚਰ ਕਹਿ ਲਓ ਜਾਂ ਆਪਣੇ ਪੱਤੇ ਇਸ ਤਰ੍ਹਾਂ ਖੋਲੇ ਕਿ ਉਹਨਾਂ ਨੇ ਕਿ ਜੇਕਰ ਕਾਂਗਰਸ ਮੈਨੂੰ CM ਦਾ ਕੈਂਡੀਡੇਟ ਨਹੀਂ ਐਲਾਨ ਕਰਦੀ ਤਾਂ ਮੈਂ ਕੋਈ ਵੱਖਰੀ ਪਾਰਟੀ ਵੀ ਬਣਾ ਸਕਦਾ। ਹੁਣ ਜਿਹੜੀ ਪੋਜੀਸ਼ਨ ਹੈ, ਮੈਨੂੰ ਇਹ ਲੱਗਦਾ ਕਿ ਕਾਂਗਰਸ ਨੋ ਡਾਊਟ ਜੇ ਕੋਈ ਲੜਾਈ ਹੁੰਦੀ ਹੈ ਕਾਂਗਰਸ ਚੋਂ ਨਿਕਲ ਜਾਂਦੇ ਨੇ ਅਮਰਿੰਦਰ ਸਿੰਘ ਜਾਂ ਕਾਂਗਰਸ ਉਹਨਾਂ ਨੂੰ ਕੱਢ ਦਿੰਦੀ ਹੈ, ਇਹਦਾ ਨੁਕਸਾਨ ਤਾਂ ਕਾਂਗਰਸ ਨੂੰ ਹੋ ਸਕਦਾ ਹੈ। ਪਰ ਜੇ ਆਪਾਂ ਅੱਜ ਇਹ ਸੋਚੀਏ ਕਿ ਅਮਰਿੰਦਰ ਸਿੰਘ ਨੂੰ ਦੁਬਾਰਾ ਲੋਕ ਮੁੱਖ ਮੰਤਰੀ ਬਣਾ ਦੇਣਗੇ, ਉਹ ਹਾਲਾਤ ਘੱਟੋ ਘੱਟ ਮੈਨੂੰ ਨਹੀਂ ਲੱਗਦੇ। ਮੈਂ ਇੱਦਾਂ ਸਮਝਦਾ ਕਿ ਉਹ ਹਾਲਾਤ ਨਹੀਂ ਹੈਗੇ। ਸੋ ਇਹ ਸਾਰੇ ਹਾਲਾਤਾਂ 'ਚ ਕੇਂਦਰੀ ਲੀਡਰਸ਼ਿਪ ਕੀ ਸੋਚਦੀ ਹੈ, ਸਟੇਟ ਲੀਡਰਸ਼ਿਪ ਕੀ ਸੋਚਦੀ ਹੈ, ਇਹ ਤਾਂ ਹੈਗਾ ਉਹਨਾਂ ਦਾ ਕੰਮ। ਪਰ ਆਪਾਂ ਐਨਾਲਿਸਿਸ ਦੇ ਤੌਰ ਤੇ ਸਿੱਟੇ ਤੇ ਜ਼ਰੂਰ ਕਮੈਂਟ ਕਰਦੇ ਹਾਂ। ਮੈਨੂੰ ਇਹ ਲੱਗਦਾ ਹੈ ਕਿ ਜਿਹੜੀਆਂ ਗੱਲਾਂ ਮੈਂ ਤੁਹਾਨੂੰ ਕਹੀਆਂ ਨੇ, ਇਸ ਸਾਈਡ ਤੇ ਇਸ ਪੱਖ ਨੂੰ ਵਿਚਾਰਦੇ ਹੋਏ ਕਾਂਗਰਸ ਸਿੱਖ ਵੋਟਰ ਦਾ ਕੁਝ ਉਹਨਾਂ ਦੇ ਜਿਹੜਾ ਭਾਵਨਾਤਮਕ ਤੌਰ ਤੇ ਕੋਈ ਫਾਇਦਾ ਲੈ ਸਕਦੀ ਹੈ। ਦਲਿਤ ਮੁੱਖ ਮੰਤਰੀ ਦੀ ਜਦੋਂ ਗੱਲ ਚੱਲਦੀ ਹੈ ਜਾਂ ਉਪ ਮੁੱਖ ਮੰਤਰੀ ਦੀ, ਲੱਗਦਾ ਉਹ ਪਤਾ ਕਾਮਯਾਬ ਹੋਏਗਾ ਜਾਂ ਉਹਨੂੰ ਕੋਈ ਤਵੱਜੋ ਦੇਣਗੇ 2022 'ਚ? ਉਪ ਮੁੱਖ ਮੰਤਰੀ ਦੀ ਕੋਈ ਹੋ ਸਕਦੀ ਹੈ, ਪਰ ਹਾਲ ਦੀ ਘੜੀ ਲੱਗਦਾ ਨਹੀਂ। ਦੇਖੋ ਚੰਨੀ ਸਾਹਿਬ ਇਹ ਸੋਚ ਲੈਣ, ਇਹ ਵੱਖਰੀ ਗੱਲ ਹੈ। ਹੁਣ ਸਿਚੁਏਸ਼ਨ ਕੀ ਹੈ ਉਹ ਕੁਝ ਵੱਖਰਾ ਹੋ ਸਕਦਾ ਹੈ। ਸਾਰੀਆਂ ਪਾਰਟੀਆਂ ਦੇ ਸੰਦਰਭ 'ਚ ਜਦੋਂ ਆਪਾਂ ਦੇਖਦੇ ਹਾਂ ਕਿ ਵੋਟਰਾਂ ਨੂੰ ਵੰਡਣ ਦੀ ਸਾਰੀਆਂ ਪਾਰਟੀਆਂ ਦੇ ਸੰਦਰਭ ਦੇ ਵਿੱਚ ਇੱਕ ਤਾਂ ਇਹ ਹੈ ਕਿ ਜਿਹੜੇ ਹੁਸ਼ਿਆਰਪੁਰ, ਜਲੰਧਰ, ਕਪੂਰਥਲਾ ਇਹ ਜ਼ਿਲ੍ਹੇ ਨੇ ਜਿੱਥੇ ਕਿਸੇ ਸਮੇਂ 'ਚ ਜਿਹੜੇ ਦਲਿਤ ਨੇਤਾਵਾਂ ਦਾ ਬੜਾ ਜ਼ੋਰ ਰਿਹਾ ਹੈ। ਉਹਨਾਂ ਦੇ ਵਿੱਚ ਹਾਲੇ ਵੀ ਹੈਗੇ ਨੇ। ਉਹ KP ਇਲੈਕਸ਼ਨ ਹਾਰ ਗਏ, ਵੱਖਰੀ ਗੱਲ ਹੈ। ਮਤਲਬ ਇੱਥੇ ਉਹਨਾਂ ਦਾ ਵੋਟ ਪ੍ਰਪੋਰਸ਼ਨੇਟਲੀ ਵੋਟ ਪਰਸੈਂਟੇਜ ਜ਼ਿਆਦਾ ਹੈ। ਇਸੇ ਕਰਕੇ ਹੰਸਰਾਜ ਹੰਸ ਵੀ ਇੱਥੋਂ ਉੱਠੇ। ਈਵਨ ਜਿਹੜੇ ਹੁਣ ਇਹਨਾਂ ਦੇ ਮੰਤਰੀ ਨੇ, ਸਾਂਪਲਾ ਨੇ,
ਸੋਮ ਪ੍ਰਕਾਸ਼ ਨੇ ਬੀਜੇਪੀ ਦੇ, ਇਹ ਵੀ ਉਸ ਏਰੀਆ 'ਚੋਂ ਆਉਂਦੇ ਨੇ। ਇਸ ਕਰਕੇ ਮੈਨੂੰ ਇਹ ਹੈ ਕਿ ਜੇ ਇਹ ਪੱਤਾ ਕੋਈ ਵੀ ਪਾਰਟੀ ਖੇਡੇਗੀ ਤਾਂ ਇਹਨਾਂ ਨੂੰ ਉਸ ਖਿੱਤੇ ਦਾ ਜਿਹੜਾ ਲੀਡਰ ਹੈ, ਦਲਿਤ ਲੀਡਰ, ਉਹ ਅੱਗੇ ਕਰਨਾ ਪਏਗਾ। ਮੈਨੂੰ ਉਹਦੇ ਚੰਨੀ ਤੇ ਕੋਈ ਸਕੋਪ ਨਹੀਂ ਲੱਗਦਾ। ਹੋ ਸਕਦੀ ਹੈ ਗੱਲ, ਇਹ ਹੋ ਸਕਦਾ ਵੀ ਉਹ ਪੱਤਾ ਖੇਡ ਕੇ ਹੋਰ ਕੋਈ ਬੰਦਾ ਮੂਹਰੇ ਲੈ ਆਉਣ। ਮੈਨੂੰ ਪਰਸਨਲੀ ਇਹ ਲੱਗਦਾ ਕਿ ਉਹ ਚੰਨੀ ਨੂੰ ਉਪ ਮੁੱਖ ਮੰਤਰੀ ਵਾਲੀ ਪੋਜੀਸ਼ਨ 'ਚ ਨਾ ਕੇਂਦਰੀ ਪਾਰਟੀ ਮੰਨੇਗੀ ਤੇ ਨਾ ਹੀ ਕਿਸੇ ਕਾਰਨ ਕਰਕੇ ਚੰਨੀ ਸਰਕਾਰ ਤੋਂ ਬਾਗੀ ਹੋ ਗਿਆ, ਵੱਖਰੀ ਗੱਲ ਹੋ ਸਕਦਾ ਉਹ। ਪਰ ਇਹ ਲੱਗਦਾ ਨਹੀਂ ਹੈਗਾ ਕਿ ਦਲਿਤਾਂ ਦੇ ਵਿੱਚ ਚੰਨੀ ਦੀ ਉਹ ਪੈਂਠ ਹੈ। ਜਿੱਤੇ ਹੋਏ ਐਮਐਲਏ ਦੇ ਵਿੱਚੋਂ ਸਿਰਫ ਜਿਹੜੇ 2 ਜਿਹੜੇ ਐਮਐਲਏ ਪੁਰਾਣੇ ਸਮੇਂ 'ਚੋਂ ਇਸ ਕਰਕੇ ਨਾਰਾਜ਼ ਨੇ, ਜਿਨ੍ਹਾਂ ਨੂੰ ਇਹਨਾਂ ਨੇ ਸਰਕਾਰ ਦੇ ਵਿੱਚ ਲੱਗਦਾ ਸੀ ਵੀ ਉਹਨਾਂ ਪੇਪਰਾਂ 'ਚ ਆਉਂਦਾ ਰਿਹਾ ਖਿਲਜੀਆਂ ਦਾ ਕਿ ਉਹਨਾਂ ਨੂੰ ਕੁਛ ਦੇਣਗੇ, ਪਰ ਉਹਨਾਂ ਨੂੰ ਦਿੱਤਾ ਨਹੀਂ ਗਿਆ। ਉਹ ਹੋ ਸਕਦਾ ਉਹ ਹੈ ਜਾਂ ਕੁਛ ਉਹਨਾਂ ਦਾ ਝੁਕਾਅ ਹੋਵੇ, ਪਰ ਹੋਰ ਇਸ ਕਿਸਮ ਨਾਲ ਜੋ ਖਬਰਾਂ ਦੇਖ ਰਹੇ ਹਾਂ ਉਹਨਾਂ ਦੇ ਐਨਾਲਿਸਿਸ 'ਚ ਇਹ ਨਹੀਂ ਲੱਗਦਾ ਕਿ ਇਹ ਕੋਈ ਬਹੁਤ ਵੱਡਾ ਦਲਿਤ ਨੇਤਾ ਹੈ। ਅਕਾਲੀ ਤੇ ਬੀਜੇਪੀ ਨੂੰ ਕੱਢਣਗੇ ਵਿੱਚੋਂ? ਅਕਾਲੀਆਂ ਦੇ ਲਈ ਹੋ ਸਕਦਾ ਉਹ ਉਹਨੂੰ ਭਰਮਾਉਣ ਲਈ ਵੀ ਦਲਿਤ ਨੇਤਾ ਨੂੰ ਉਪ ਮੁੱਖ ਮੰਤਰੀ ਬਣਾ ਦੇਣ, ਜਿਵੇਂ ਉਹ ਰਣੀਕੇ ਹੈ ਗੁਲਜ਼ਾਰ ਸਿੰਘ, ਉਹਨੂੰ ਗੁਲਜ਼ਾਰ ਸਿੰਘ ਰਣੀਕੇ ਨੂੰ ਖੜਾ ਕਰ ਦੇਣ। ਪਰ ਇਹ ਗੱਲ ਮੈਂ 100% ਯਕੀਨ ਨਾਲ ਕਹਿਣਾ ਵੀ ਉਹਨੂੰ ਉਪ ਮੁੱਖ ਮੰਤਰੀ ਬਣਾ ਕੇ ਨਾ, ਮੈਂ ਕਹਾਂ ਫੇਰ ਉਹਨੂੰ ਮਛਲੀ ਪਾਲਣ ਦਾ ਹੀ ਮਿਲੂਗਾ। ਮਤਲਬ ਇਹ ਨਹੀਂ ਹੈਗਾ ਜੇ ਨਾ ਦੇ ਵੀ ਦੇਣ ਉਹਦੇ ਨਾਲ ਕੋਈ ਉਹਨੂੰ ਸੱਤਾ ਨਹੀਂ ਦੇਣੀ। ਜਿਹੜਾ ਆਪਾਂ ਸੋਚਦੇ ਆ ਨਾ ਕਿ ਉਪ ਮੁੱਖ ਮੰਤਰੀ ਬਣਨ ਨਾਲ ਸੱਤਾ ਦਾ ਬਰਾਬਰ ਕੇਂਦਰ ਖੜਾ ਹੋਵੇ, ਉਹ ਗੱਲ ਨਹੀਂ ਬਣੇਗੀ। ਮੈਂ ਇਹਨੂੰ ਏਦਾਂ ਸਮਝਦਾ। ਤੇ ਜਿਹੜਾ ਬੀਜੇਪੀ ਦਾਣਾ ਪਾ ਰਹੀ ਹੈ, ਬੀਜੇਪੀ ਤਾਂ ਕੁਛ ਕਰੀ ਜਾਵੇ। ਬੀਜੇਪੀ ਦਾ ਮੈਨੂੰ ਨਹੀਂ ਲੱਗਦਾ ਬੀਜੇਪੀ ਨਾ ਸਰਕਾਰ ਬਣਾਉਣ ਵਾਲੀ ਹੈ ਨਾ ਉਹਦੀ ਸਰਕਾਰ ਬਣਨ ਵਾਲੀ ਹੈ। ਉਹ ਤਾਂ ਇਹ ਹੈ ਨਾ ਕਿ ਜੇ ਬੰਦੇ ਨੂੰ ਪਤਾ ਹੋਵੇ ਕਿ ਆਪਣਾ ਜਿਹੜਾ ਇਸ ਕੰਮ 'ਚ ਆਪਾਂ ਤਾਂ ਆਉਣਾ ਨਹੀਂ, ਕਿ ਆਪਾਂ ਵਾਅਦਾ ਹੀ ਐਡਾ ਵੱਡਾ ਕਰ ਦੋ, ਮੁੱਦਾ ਛੱਡ ਦੋ, ਬਸ ਲੋਕ ਉਲਝੇ ਰਹੇ। ਮਤਲਬ ਜੇ ਬੀਜੇਪੀ ਨੂੰ ਲੱਗਦਾ ਹੈ ਕਿ ਇਹ ਗੱਲ ਐਡੀ ਜ਼ਰੂਰੀ ਹੈ ਤਾਂ ਫਿਰ ਉਹ ਪਤਾ ਨਹੀਂ ਆਪਦੇ ਪ੍ਰਧਾਨਾਂ ਵੇਲੇ ਤੱਕ ਤੇ ਦੇਖਦੇ ਨਹੀਂ ਏਦਾਂ ਵੀ ਅਸੀਂ ਦਲਿਤ ਬਣਾ ਲਈਏ। ਬਾਕੀ ਸੂਬਿਆਂ ਦੇ ਵਿੱਚ ਬਣਾ ਲੈਣ ਜਿੱਥੇ ਇਹਨਾਂ ਦੀਆਂ ਸਰਕਾਰਾਂ ਨਹੀਂ, ਪੰਜਾਬ ਵਿੱਚ ਵੀ ਬਣਾ ਲੈਣ, ਮਤਲਬ ਸੰਪਲਾਂ ਨੂੰ ਫਿਰ ਪਾਰਟੀ ਦੇ ਪ੍ਰਧਾਨ ਬਣਾ ਲੈਣ। ਬਿਲਕੁਲ, ਮਤਲਬ ਇਹਨਾਂ ਕੋਲ ਤਾਂ ਨੇਤਾ ਹੈ, ਇੱਥੇ ਚਿਹਰਾ ਹੈਗਾ, ਸੋਮ ਪ੍ਰਕਾਸ਼ ਨੂੰ ਬਣਾ ਲੈਣ। ਬਿਲਕੁਲ, ਉਦੋਂ ਨਹੀਂ ਸੋਚਦੇ। ਉਹਦਾ ਰੀਜ਼ਨ ਮੈਨੂੰ ਇਹ ਲੱਗਦਾ ਹੈ ਕਿ ਸਿੱਖ ਧਰਮ ਦੇ ਵਿੱਚ ਜਾਂ ਸਿੱਖ ਵੋਟਰ ਦੇ ਵਿੱਚ ਉਸ ਤਰ੍ਹਾਂ ਦੀ ਗੱਲ ਸ਼ਾਇਦ ਨਹੀਂ, ਰਿਲੇਟਿਵਲੀ। ਇਹ ਤਾਂ ਨਹੀਂ ਮੈਂ ਕਹਿੰਦਾ ਵੀ ਉਹ 'ਚ ਜਾਤੀਵਾਦ ਨਹੀਂ, ਜਾਤੀਵਾਦ ਤਾਂ ਹੈ, ਪਰ ਮੈਨੂੰ ਇਹ ਲੱਗਦਾ ਹੈ ਕਿ ਜੇਕਰ ਇੱਥੇ ਸਾਡੇ ਮੁਲਕ ਦੇ ਵਿੱਚ ਬੜਾ ਅਜੀਬ ਹਾਲਾਤ ਨੇ ਕੀਤੇ ਇਹਨਾਂ ਨੇ ਪੈਦਾ ਨੇ ਕਿ ਜੇਕਰ ਇਹ ਦਲਿਤ ਨੇਤਾ ਨੂੰ ਬਿਲਕੁਲ ਫਰੰਟ ਤੇ ਲੈ ਆਉਂਦੇ ਨੇ, ਉਹਦੇ ਨਾਲ ਜਿਹੜਾ ਹੋਰ ਸ਼੍ਰੇਣੀਆਂ ਦਾ ਵੋਟਰ ਹੈ ਉਹ ਨਾਰਾਜ਼ ਹੋ ਜਾਂਦਾ ਹੈ। ਸਾਰੀਆਂ ਪਾਰਟੀਆਂ ਜਿਹੜੀਆਂ ਉਹ ਅੱਜ ਕੱਲ੍ਹ ਇਹ ਚਾਹੁੰਦੀਆਂ ਕਿ ਕਿਸਾਨ ਵੀ ਖੁਸ਼ ਰਹਿਣ। ਕਰੋਨਾ ਨੂੰ ਲੈ ਕੇ ਆਪਣੇ ਤ੍ਰਿਪਤ ਬਾਜਵਾ ਹੋਣਾ ਦਾ ਬਿਆਨ ਸਾਹਮਣੇ ਆਇਆ ਕਿ ਕਿਸਾਨ ਅੰਦੋਲਨ ਤੋਂ ਜਿਹੜੇ ਆ ਰਹੇ ਨੇ ਉਹ ਆਪਣਾ ਟੀਕੇ ਲਵਾਉਣ ਜਾਂ ਚੈੱਕਅਪ ਕਰਾਉਣ, ਉਹਦੇ ਕਰਕੇ ਵੀ ਕਰੋਨਾ ਉਹ ਕਹਿੰਦੇ ਕਿਤੇ ਨਾ ਕਿਤੇ ਪਿੰਡਾਂ 'ਚ ਪੈਰ ਪਸਾ ਰਿਹਾ। ਸਿਹਤ ਮੰਤਰੀ ਬਲਬੀਰ ਸਿੱਧੂ ਥੋੜ੍ਹਾ ਬਚਾਅ ਕਰਦੇ ਨੇ, ਉਹ ਕਹਿੰਦੇ ਨਹੀਂ ਫੈਲ ਤਾਂ ਰਿਹਾ ਪਿੰਡਾਂ 'ਚ, ਪਰ ਜੇ ਬੀਜੇਪੀ ਉੱਧਰੋਂ ਹੱਲ ਕੱਢ ਦੇ, ਬੀਜੇਪੀ ਕਰਕੇ ਕਹਿੰਦੇ ਫੈਲ ਰਿਹਾ, ਹੱਲ ਕੱਢ ਦੇ ਕਿਸਾਨਾਂ ਦਾ, ਕਿਸਾਨ ਵਾਪਸ ਹੋਣ ਆਪਣੇ ਘਰਾਂ ਨੂੰ। ਦੇਖੋ ਇਹਦੇ ਵਿੱਚ ਇਹ ਹੈ ਕਿ ਜਿਹੜਾ ਸਾਇੰਟੀਫਿਕ ਐਟੀਟਿਊਡ ਰੱਖਣਾ ਜ਼ਰੂਰੀ ਹੈ, ਵਿਗਿਆਨਕ ਸੋਚ ਰੱਖਣੀ ਬੜੀ ਜ਼ਰੂਰੀ ਹੈ। ਉਹਦੇ ਵਿੱਚ ਇਹ ਸੋਚ ਲੈਣਾ ਚਾਹੀਦਾ ਹੈ ਕਿ ਕਰੋਨਾ ਇੱਕ ਬਿਮਾਰੀ ਹੈ, ਇਹ ਸੱਚ ਹੈ, ਪਰ ਉਸ ਬਿਮਾਰੀ ਨੂੰ ਸਿਆਸੀ ਲੋਕਾਂ ਨੇ ਆਪਦੇ ਤਰੀਕੇ ਨਾਲ ਪੇਸ਼ ਕੀਤਾ ਹੈ। ਜੇ ਮੈਂ ਕਹਾਂ ਕਿ ਯੂਪੀ ਦੇ ਵਿੱਚ ਉਹ ਬਿਮਾਰੀ ਦਾ ਕੋਈ ਇਲਾਜ ਨਹੀਂ, ਉਹ ਪਿੰਡਾਂ ਤੱਕ ਫੈਲ ਰਹੀ ਹੈ, ਤੇ ਉਹਨਾਂ ਨੇ ਆਪਣੀ ਐਮਐਲਏ ਜਿਹੜੇ ਬੀਜੇਪੀ ਦੇ ਉਹ ਕਹਿੰਦੇ ਜੀ ਮਤਲਬ ਗੋਬਰ ਮਲ ਲਓ ਜੀ, ਗੋ ਮੂਤਰ ਪੀ ਲਓ ਜੀ। ਉਹ ਜਿਹੜਾ ਐਮਐਲਏ ਕਹਿ ਰਿਹਾ ਸੀ ਵਿਚਾਰੇ ਦੀ ਉਹਦੀ ਡੈਥ ਵੀ ਹੋ ਗਈ, ਮਤਲਬ ਗੋ ਮੂਤਰ ਪੀ ਕੇ ਵੀ। ਇੱਕ ਮੈਂਬਰ ਪਾਰਲੀਮੈਂਟ ਹੈ ਮੱਧ ਪ੍ਰਦੇਸ਼ ਤੋਂ, ਉਹ ਕਹਿ ਰਹੀ ਹੈ ਜੀ ਵੀ ਮੈਂ ਗੋ ਮੂਤਰ ਪੀਨੀ ਆ, ਮੈਂ ਠੀਕ ਰਹਿੰਦੀ ਹਾਂ। ਮੈਨੂੰ ਇਹ ਲੱਗਦਾ ਵੀ ਇਹ ਸਾਰਾ ਕੁਛ ਸਾਜ਼ਿਸ਼ ਹੈ, ਇਹ ਮੁੱਦਾ ਭਟਕਾਉਣ ਵਾਲੀ ਗੱਲ ਹੈ। ਤੇ ਵੱਖ-ਵੱਖ ਸਿਆਸੀ ਪਾਰਟੀਆਂ ਸੁਹਿਰਦ ਨਾ ਹੁੰਦੀਆਂ ਹੋਈਆਂ ਉਹ ਆਪਣੀ ਸਿਆਸਤ ਨੂੰ ਵੱਡਾ ਮੁੱਦਾ ਸਮਝ ਕੇ ਚਲਾਉਣ ਦੀ ਕੋਸ਼ਿਸ਼ ਕਰਦੀਆਂ ਨੇ। ਇਹਦੇ ਵਿੱਚ ਜੇ ਤ੍ਰਿਪਤ ਰਜਿੰਦਰ ਬਾਜਵਾ ਨੇ ਇਹ ਗੱਲ ਕਹੀ ਹੈ, ਮੈਨੂੰ ਇਹ ਲੱਗ ਰਿਹਾ ਕਿ ਕਹਿਣਾ ਉਹਨਾਂ ਨੂੰ ਇਹ ਚਾਹੀਦਾ ਸੀ ਕਿ ਕਿਸਾਨਾਂ ਨੂੰ ਵੀ ਸਿਆਣਪ ਨਾਲ ਤੇ ਸਰਕਾਰ ਨੂੰ ਵੀ ਸਿਆਣਪ ਨਾਲ ਐਮੀਕੇਬਲੀ ਦੋਨਾਂ ਨੂੰ ਮਿਲ ਬੈਠ ਕੇ ਕਿਸੇ ਸਮਝੌਤੇ ਤੇ ਆ ਜਾਣਾ ਚਾਹੀਦਾ ਹੈ। ਮੰਨ ਲਓ ਮੈਂ ਵੀ ਇਹ ਗੱਲ ਅਪੀਲ ਕਰਾਂ ਕਿ ਮੰਨ ਲਓ ਵੀ ਜੇ ਸਰਕਾਰ ਪਹਿਲ ਸਰਕਾਰ ਨੂੰ ਕਰਨੀ ਚਾਹੀਦੀ ਹੈ, ਇਹ ਕਹਿਣ ਕਿ ਉਹ ਅਸੀਂ ਹਾਲ ਦੀ ਘੜੀ ਬਿਨਾਂ ਸ਼ਰਤ ਤੋਂ ਅਸੀਂ ਉਹ 3 ਸਾਲਾਂ ਲਈ ਸਸਪੈਂਡ ਕਰਤੇ, ਉਸ ਤੋਂ ਬਾਅਦ ਕਿਸਾਨਾਂ ਨੂੰ ਉਹ ਅਪੀਲ ਕਰਨ
ਬਿਲਕੁਲ ਮੈਂ ਇਹਨੂੰ ਇਹ ਸਮਝਦਾ, ਅਖਬਾਰਾਂ 'ਚ ਅੱਜ ਵੀ ਖਬਰ ਲੱਗੀ ਹੈ ਕਿ ਜਿਹੜੇ ਖਾਦ ਵਗੈਰਾ ਦੇ ਰੇਟ ਵਧਾਏ ਸੀ ਅੱਜ ਉਹ ਸਰਕਾਰ ਨੇ ਵਾਪਸ ਲੈ ਲਏ। ਜੇ ਉਹ ਵਾਪਸ ਲਏ ਨੇ, ਮੈਂ ਇਹ ਸਮਝਦਾ ਵੀ ਇੱਕ ਮਾਹੌਲ ਕ੍ਰੀਏਟ ਕਰਨ 'ਚ, ਮਾਹੌਲ ਬਣਾਉਣ 'ਚ ਇਹ ਚੀਜ਼ਾਂ ਯੋਗਦਾਨ ਦਿੰਦੀਆਂ ਨੇ ਕਿ ਜੇ ਕੋਈ ਐਦਾਂ ਦੇ ਦੋ ਐਕਸ਼ਨ ਕਰਦੀ ਹੈ ਸਰਕਾਰ, ਇਹ ਕਰਤਾ, ਕੱਲ ਨੂੰ ਉਹ ਕਹਿਣ ਵੀ ਅਸੀਂ ਜਿਹੜੇ ਉਹ ਕਾਨੂੰਨ ਕਰੋਨਾ ਕਰਕੇ ਬਿਲਕੁਲ ਵਾਪਸ ਲੈ ਲਏ, ਫਿਰ ਉਹ ਅਪੀਲ ਕਰਨ ਸਰਕਾਰ ਕਿਸਾਨਾਂ ਨੂੰ ਕਿ ਦੇਖੋ ਸਾਡੀ ਇਹ ਅਪੀਲ ਹੈ, ਅਸੀਂ ਤੁਹਾਡੀ ਸਲਾਹ ਤੋਂ ਬਿਨਾਂ ਇਹ ਕਾਨੂੰਨ ਫਿਰ ਲਾਗੂ ਨਹੀਂ ਕਰਦੇ, ਜਾਂ ਅਗਲੀ ਸਰਕਾਰ 'ਚ ਵੀ ਜੇ ਲਾਗੂ ਕਰਾਂਗੇ ਤਾਂ ਤੁਹਾਡੇ ਨਾਲ ਮਿਲ ਬੈਠ ਕੇ ਲਾਗੂ ਕਰਾਂਗੇ, ਤੁਹਾਡੀ ਸਲਾਹ ਨਾਲ ਲਾਗੂ ਕਰਾਂਗੇ, ਕੋਈ ਪੋਰਸ਼ਨ ਉਡਾ ਦਾਂਗੇ ਜਾਂ ਕੋਈ ਕਮੇਟੀ ਬਣਾ ਲੈਣ ਤੇ ਕਿਸਾਨਾਂ ਨੂੰ ਮਨਾਇਆ ਜਾ ਸਕਦਾ ਹੈ। ਪਰ ਇਹ 'ਚ ਇਹ ਗੱਲ ਹੈ ਕਿ ਕਿਸਾਨ ਵੀ ਸੁਹਿਰਦ ਤਾਂ ਹੋ ਸਕਦੇ ਨੇ ਕਿ ਸਰਕਾਰ ਸੁਹਿਰਦਤਾ ਨਾਲ, ਜਿੱਥੇ ਸਰਕਾਰ ਨੇ ਪਹਿਲਾਂ ਕਹਿ ਦਿੱਤਾ ਸੀ ਇਹ ਕਿ ਅਸੀਂ ਇਹਨਾਂ ਨੂੰ ਸਸਪੈਂਡ ਕਰਨ ਨੂੰ ਤਿਆਰ ਹਾਂ, ਤਾਂ ਸਰਕਾਰ ਨੂੰ ਦਿੱਕਤ ਕੀ ਸੀ? ਮਤਲਬ ਉਹ ਐਲਾਨ ਹੀ ਕਰ ਦਿੰਦੀ ਵੀ ਅਸੀਂ ਸਸਪੈਂਡ ਕਰਤੇ। ਬਿਲਕੁਲ। ਸੋ ਇਸ ਕਰਕੇ ਸਰਕਾਰ ਜਿਹੜਾ ਉਹ ਦਿਖਾਉਣਾ ਨਹੀਂ ਚਾਹੁੰਦੀ ਕਿ ਅਸੀਂ ਝੁਕੇ ਹਾਂ। ਬਿਲਕੁਲ। ਉਹਦੀ ਜਿਹੜੀ ਈਗੋ ਹੈ, ਤੇ ਕੁਦਰਤੀ ਹੈ ਕਿਸਾਨਾਂ ਨੇ ਐਡਾ ਵੱਡਾ ਅੰਦੋਲਨ ਕੀਤਾ ਹੈ, ਕੋਈ ਅੰਦੋਲਨਕਾਰੀ ਵੀ ਹੋਵੇ, ਜੇ ਉਹ ਅੰਦੋਲਨ ਫੇਲ ਤਾਂ ਹੋ ਜੇ ਵੱਖਰੀ ਗੱਲ ਹੈ, ਪਰ ਆਪ ਤੋਂ ਇਹ ਉਹਨਾਂ ਲਈ ਵੀ ਇਹ ਛੱਡਣਾ ਬਹੁਤ ਔਖਾ ਹੈ, ਕਿਉਂਕਿ ਜਿਹੜੇ ਲੋਕ ਉਹਨਾਂ ਨਾਲ ਗਏ ਨੇ ਉਹ ਵੀ ਉਹ ਜਵਾਬ ਮੰਗਦੇ ਨੇ। ਜਿਹੜਾ ਪੰਜਾਬ ਦੇ ਪਿੰਡਾਂ ਦੇ ਵਿੱਚ ਹਾਲੇ ਮੈਨੂੰ ਇਹ ਲੱਗ ਰਿਹਾ ਵੀ ਕਰੋਨਾ ਦੀ ਮਾਰ ਤਾਂ ਹੈਗੀ ਹੈ, ਵੱਖ-ਵੱਖ ਪਾਰਟੀਆਂ ਦਾ ਰੌਲਾ ਪਾਉਣੀਆਂ ਨੇ, ਉਹਨਾਂ ਦਾ ਆਪਦਾ ਕੰਮ ਹੈ ਪਾਉਣ। ਜੇ ਥੋੜਾ ਬਹੁਤਾ ਬਚਾਅ ਹੀ ਹੈ ਕਿ ਜਦੋਂ ਪਿੰਡਾਂ 'ਚ ਸੀਰੀਅਸ ਪੇਸ਼ੈਂਟ ਹੋ ਜਾਂਦੇ ਨੇ, ਉਹ ਕਿਤੇ ਨਾ ਕਿਤੇ ਵਿਚਾਰੇ ਹਸਪਤਾਲਾਂ 'ਚ ਥਾਂ ਲੱਭ ਲੈਂਦੇ ਨੇ, ਕਿਉਂਕਿ ਜਾਨ ਜਦੋਂ ਜਾਂਦੀ ਹੈ ਨਾ, ਚਾਹੇ ਔਖੇ ਹੋਣ, ਚਾਹੇ ਉਹ ਜ਼ਮੀਨ ਵੇਚਣ, ਜੋ ਮਰਜ਼ੀ ਕਰਨ, ਜਦੋਂ ਹਸਪਤਾਲਾਂ ਦੇ ਵਿੱਚ ਥਾਂ ਲੱਭ ਲੈਂਦੇ ਨੇ ਤਾਂ ਅਲਟੀਮੇਟਲੀ ਉਹ ਹਸਪਤਾਲ ਸ਼ਹਿਰਾਂ 'ਚ ਨੇ। ਬਿਲਕੁਲ। ਇਸ ਕਰਕੇ ਪਿੰਡਾਂ 'ਚ ਸ਼ਾਇਦ ਥੋੜਾ ਬਹੁਤਾ ਫਰਕ ਹੈ, ਘੱਟ ਹੈ। ਔਰ ਦੂਸਰੀ ਗਲਤੀ ਪਿੰਡਾਂ ਵਾਲਿਆਂ ਤੋਂ ਹੋਈ ਹੈ ਜਾਂ ਸਰਕਾਰ ਦੇ ਮੈਨੇਜਮੈਂਟ 'ਚ ਹੋਈ ਹੈ, ਉਹ ਇਹ ਕਿ ਜਦੋਂ ਪਿਛਲੀ ਵਾਰੀ ਵੇਵ ਆਈ ਉਦੋਂ ਘੱਟੋ ਘੱਟ 10 ਦਿਨ ਪਿੰਡਾਂ ਵਾਲਿਆਂ ਨੇ ਠੀਕਰੀ ਪਹਿਰਾ ਲਾ ਕੇ ਬਿਲਕੁਲ ਬਾਹਰਲੇ ਬੰਦੇ ਦਾ ਵੜਨਾ ਬੰਦ ਕਰਤਾ ਸੀ। ਜੇ ਕੋਈ ਜਾਂਦਾ ਸੀ ਤਾਂ ਜ਼ਿੰਮੇਵਾਰ ਬੰਦਾ ਜਾਂਦਾ ਸੀ, ਤੇ ਨਾਲ ਉਹਦੇ ਨਾਲ ਉਹ ਸੀ ਵੀ ਹੱਥ ਧੋ ਲਓ, ਮੂੰਹ ਤੇ ਕੱਪੜਾ ਬੰਨ੍ਹ ਲਓ, ਉਹ ਸਾਰਾ ਕੁਝ ਠੀਕ ਚੱਲਦਾ ਸੀ। ਪਰੰਤੂ ਇਸ ਵਾਰ ਇਸ ਗੱਲ 'ਚ ਪਿੰਡਾਂ ਦੀ ਜਿਹੜੀ ਸਾਡੀ ਪਾਪੂਲੇਸ਼ਨ ਆਬਾਦੀ ਹੈ, ਉਸ ਤੋਂ ਮੈਂ ਇਹ ਕਹੂੰਗਾ ਵਿਗਿਆਨਕ ਸੋਚ ਰੱਖਦਾ ਹੋਇਆ ਕਿ ਕਿਤੇ ਨਾ ਕਿਤੇ ਉਹ ਲਾਪਰਵਾਹੀ ਸ਼ਬਦ ਮੈਂ ਕਹੂੰਗਾ, ਸਰਕਾਰ ਦੀਆਂ ਪਾਲਿਸੀਆਂ ਤੋਂ ਖਫਾ ਨੇ, ਸਰਕਾਰ ਦੀਆਂ ਪਾਲਿਸੀਆਂ ਤੋਂ ਖਫਾ ਨੇ। ਦੂਸਰਾ, ਸਰਕਾਰ ਦੀ ਪਾਲਿਸੀਆਂ ਦੀ ਬਜਾਏ ਸਰਕਾਰ ਦੇ ਝੂਠ ਤੋਂ ਖਫਾ ਨੇ। ਸਰਕਾਰ ਜੋ ਕਹਿ ਰਹੀ ਹੈ ਉਹ ਆਮ ਪਬਲਿਕ ਨੂੰ ਯਕੀਨ ਹੀ ਨਹੀਂ ਆਉਂਦਾ ਵੀ ਇਹ ਸੱਚ ਕਹਿ ਰਹੀ ਹੈ, ਵੀ ਇਹ ਪ੍ਰੋਬਲਮ ਹੈ ਵੀ। ਕਿਉਂਕਿ ਉਹ ਆਪਾ ਵਿਰੋਧੀ ਇੰਨੇ ਬਿਆਨ ਦਿੰਦੇ ਨੇ। ਜਦੋਂ ਬੀਜੇਪੀ ਦੇ ਨੇਤਾ ਇਹ ਕਹਿਣ ਕਿ ਕਰੋਨਾ ਕੋਈ ਚੀਜ਼ ਹੀ ਨਹੀਂ, ਇਹ ਤਾਂ ਗਊਮੂਤਰ ਨਾਲ ਠੀਕ ਹੋ ਜੂ, ਤਾਂ ਕਿਸਾਨ ਕਿਵੇਂ ਯਕੀਨ ਕਰ ਲੈਣ ਵੀ ਜਿਹੜੀ ਇਹ ਕੋਈ ਬਿਮਾਰੀ ਸੀਰੀਅਸ ਹੈ। ਬਿਲਕੁਲ। ਸੋ ਇਸ ਕਰਕੇ ਇਹ ਸਰਕਾਰ ਨੂੰ ਵੀ ਸੋਚਣਾ ਚਾਹੀਦਾ ਸਮੇਂ-ਸਮੇਂ ਤੇ ਉਹ ਤੇ ਉਹਨਾਂ ਦੇ ਲੀਡਰ ਆਪਾ ਵਿਰੋਧੀ ਬਿਆਨ ਨਾ ਦੇਣ। ਇਹ ਇੱਕ ਸੰਕਟ ਦਾ ਸਮਾਂ ਹੈ। ਇਹ ਸੰਕਟ ਦੇ ਸਮੇਂ 'ਚ ਮੈਂ ਵਿਰੋਧੀ ਧਿਰ ਨੂੰ ਨਹੀਂ ਦੋਸ਼ ਦੇਵਾਂਗਾ, ਕਿਉਂਕਿ ਜਿਹੜੀ ਸੱਤਾਧਾਰੀ ਪਾਰਟੀ ਹੈ, ਵਿਰੋਧੀ ਧਿਰ ਨੂੰ ਕਨਵਿੰਸ ਕਰਾਉਣ ਲਈ ਇਹ ਜ਼ਰੂਰੀ ਹੈ ਕਿ ਉਹ ਆਪਣਾ ਰੋਲ ਪਲੇ ਕਰਨ ਕਿ ਅਸੀਂ ਸੁਹਿਰਦ ਹਾਂ ਤੇ ਤੁਸੀਂ ਸਿਰਦ ਹੋ, ਤਦ ਜਾ ਕੇ ਇਹ ਸਾਰਾ ਕੁਝ ਠੀਕ ਹੋ ਸਕਦਾ। ਬਿਲਕੁਲ। ਸ਼ੁਕਰੀਆ ਰਣ ਸਿੰਘ ਜੀ, ਧੰਨਵਾਦ। ਸੋ ਮੇਰੇ ਨਾਲ ਮੌਜੂਦ ਸਨ ਸਿਆਸੀ ਮਾਹਰ ਪ੍ਰੋਫੈਸਰ ਰਣ ਸਿੰਘ ਧਾਲੀਵਾਲ। ਅਸੀਂ ਕਾਂਗਰਸ ਦੀ ਸਿਆਸਤ ਤੇ ਪੰਜਾਬ ਦੀ ਸਿਆਸਤ ਦੇ ਸਣੇ ਹੋਰ ਤਮਾਮ ਖਬਰਾਂ ਤੋਂ ਚਰਚਾ ਕੀਤੀ ਹੈ। ਤੁਸੀਂ ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ। ਲੋਕ ਰਣ ਚੈਨਲ ਪੰਜਾਬੀ ਨੂੰ ਸਬਸਕ੍ਰਾਈਬ ਕਰੋ। ਮੈਨੂੰ ਇਜਾਜ਼ਤ ਦਿਓ। ਧੰਨਵਾਦ।